ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸਤਿਗੁਰ ਖਰੇ ਕਰਾਵਤਕਾਰ ਸੰਗਤ ਕਰਤ ਚੌਂਪ ਚਿਤ ਧਾਰ। ਜਹ ਕਹਿ ਪਸਰ ਗਇਓ ਬਿਰਤੰਤੂ ਤੀਰਥ ਰਚਿਓ ਗੁਰੂ ਭਗਵੰਤੂ। ਸਤਿਗੁਰ ਖਰੇ ਕਰਾਵਤਕਾਰ। ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸਿੱਖ ਸੰਗਤਾਂ ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਕਿਰਪਾ ਹੋਈ ਹੈ। ਅਸੀਂ ਸਾਰੇ ਹੀ ਗਰੀਬ ਨਵਾਜ ਸਾਹਿਬ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਕੀਰਤਨ ਪਾਠ ਹੁਕਮਨਾਮਾ ਆਪ ਜੀ ਨੇ ਸਰਵਣ ਕੀਤਾ ਹੈ। ਕੁਝ ਸਮਾਂ ਆਪਾਂ ਗੁਰੂ ਸਾਹਿਬ ਜੀ ਦਾ ਮਹਾਨ ਪਵਿੱਤਰ ਇਤਿਹਾਸ ਜਿਸ ਨੂੰ ਸੁਣ ਕੇ ਮਨੁੱਖ ਨੂੰ ਬੜੀ ਭਲੀ ਸਿੱਖਿਆ ਮਿਲਦੀ ਹੈ। ਜੀਵਨ ਦੇ ਵਿੱਚ ਗੁਰੂ ਘਰ ਦੇ ਵਿੱਚ ਕਿਵੇਂ ਵਿਚਰਨਾ ਹੈ ਇਹ ਗੁਰੂ ਸਾਹਿਬ ਜੀ ਦਾ ਪਵਿੱਤਰ ਇਤਿਹਾਸ ਸੁਣ ਕੇ ਸਾਨੂੰ ਸਿੱਖਿਆ ਮਿਲਦੀ ਹੈ। ਹਜ਼ੂਰ ਮਹਾਰਾਜ ਗਰੀਬ ਨਵਾਜ ਧੰਨ ਗੁਰੂ ਅਮਰਦਾਸ ਸਾਹਿਬ ਜੀ ਤੀਰਥਾਂ ਦੇ ਉੱਤੇ ਵਸ ਰਹੇ ਲੋਕਾਂ ਦਾ ਭਲਾ ਕਰਕੇ ਖੁੱਲ੍ਹੇ ਦਰਸ਼ਨ ਦਿਦਾਰੇ ਦੇ ਕੇ ਵਾਪਸ ਗੋਇੰਦਵਾਲ ਸਾਹਿਬ ਵਿਖੇ ਪਹੁੰਚੇ ਹਨ। ਜਦੋਂ ਮਹਾਰਾਜ ਗੋਇੰਦਵਾਲ ਸਾਹਿਬ ਵਿਖੇ ਪਹੁੰਚੇ ਗੁਰੂ ਜੀ ਦੇ ਆਉਣ ਦੀ ਖੁਸ਼ੀ ਵਿੱਚ ਬਹੁਤ ਸੰਗਤਾਂ ਇਕੱਠੀਆਂ ਹੋਈਆਂ। ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਸ ਹੋਇਆ। ਗੁਰੂ ਜੀ ਦੀ ਵੱਡੀ ਵਡਿਆਈ ਚਾਰੇ ਪਾਸੇ ਫੈਲ ਗਈ ਜੀ। ਉਹਦੇ ਤੋਂ ਬਾਅਦ ਆਪ ਜੀ ਨੇ ਸੁਣਿਆ ਮਹਾਰਾਜ ਇੱਕ ਦਿਨ ਫਿਰ ਭਾਈ ਪਾਰੋ ਜੀ ਨੂੰ ਹੁਕਮ ਲਾਇਆ, ਭਾਈ ਪਾਰੋ ਜੀ ਹੁਕਮਨਾਮੇ ਲਿਖੋ। ਦੇਸ਼ਾਂ ਵਿਦੇਸ਼ਾਂ ਨਗਰਾਂ ਪਿੰਡਾਂ ਵਿੱਚ ਜਿਹੜੀਆਂ ਸੰਗਤਾਂ ਵਸਦੀਆਂ ਨੇ ਸੰਗਤਾਂ ਜਥੇ ਬਣਾ ਕੇ ਆਉਣ। ਗੋਇੰਦਵਾਲ ਸਾਹਿਬ ਦੇ ਵਿੱਚ ਅਸੀਂ ਇੱਕ ਤੀਰਥ ਰਚਣਾ ਹੈ। ਉਹ ਮਹਾਰਾਜ ਦਾ ਹੁਕਮਨਾਮਾ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚਿਆ। ਭਾਈ ਆਪਣੇ ਭਲੇ ਵਾਸਤੇ ਆ ਕੇ ਸੇਵਾ ਕਰੋ ਇਹ ਗੁਰੂ ਜੀ ਨੇ ਹੁਕਮਨਾਮਾ ਸਾਹਿਬ ਵਿੱਚ ਲਿਖਵਾਇਆ। ਬੇਅੰਤੀ ਸੰਗਤਾਂ ਹੁਕਮਨਾਮਾ ਸਾਹਿਬ ਨੂੰ ਪੜ੍ਹ ਕੇ ਸੁਣ ਕੇ ਗੋਇੰਦਵਾਲ ਸਾਹਿਬ ਪਹੁੰਚਣ ਲੱਗੀਆਂ ਜੀ। ਬਹੁਤ ਸੰਗਤ ਜਦੋਂ ਗੋਇੰਦਵਾਲ ਸਾਹਿਬ ਇਕੱਠੀ ਹੋਈ ਮਹਾਰਾਜ ਨੇ ਸਾਰੇ ਗੋਇੰਦਵਾਲ ਸਾਹਿਬ ਵਿੱਚ ਫੇਰਾ ਲਾਇਆ। ਜਿੱਥੇ ਅੱਜ ਗੋਇੰਦਵਾਲ ਸਾਹਿਬ ਦਰਬਾਰ ਸਾਹਿਬ ਹੈ ਨਾ, ਜਿੱਥੇ ਬੌਲੀ ਸਾਹਿਬ ਹੈ ਉੱਥੇ ਮਹਾਰਾਜ ਖਲੋਤੇ ਹੈ। ਬਾਬਾ ਬੁੱਢਾ ਜੀ ਨੂੰ ਮਹਾਰਾਜ ਨੇ ਕਿਹਾ ਬਾਬਾ ਜੀ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲਓ ਅਤੇ ਇੱਥੇ ਟੱਕ ਲਾਓ ਕਹਿਣ ਲੱਗੇ। ਸੋ ਬਾਬਾ ਬੁੱਢਾ ਜੀ ਨੇ ਪਹਿਲਾ ਟੱਕ ਲਾਇਆ। ਬੌਲੀ ਸਾਹਿਬ ਦੀ ਆਰੰਭਤਾ ਹੋਈ। ਉਪਰੰਤ ਸੰਗਤਾਂ ਮਿੱਟੀ ਪੁੱਟਦੀਆਂ ਨੇ। ਉਹ ਮਿੱਟੀ ਜਿਹੜੀ ਹੈ ਉਹ ਫਿਰ ਬਾਹਰ ਦੂਰ ਥਾਂ 'ਤੇ ਪਾ ਕੇ ਆਉਂਦੀਆਂ ਹਨ। ਬੜੇ ਵੱਡੇ ਪੱਧਰ 'ਤੇ
ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗੋਇੰਦਵਾਲ ਸਾਹਿਬ ਦੇ ਵਿੱਚ ਤੀਰਥ ਬਣਵਾ ਰਹੇ ਆ। ਸਿੱਖ ਧਰਮ ਵਿੱਚ ਪਹਿਲਾ ਤੀਰਥ ਹੈ ਗੋਇੰਦਵਾਲ ਸਾਹਿਬ, ਜਿਹੜਾ ਗੁਰੂ ਸਾਹਿਬ ਨੇ ਆਪ ਬਣਵਾਇਆ ਹੋਵੇ। ਇਹਦੇ ਤੋਂ ਪਹਿਲਾਂ ਦੇ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਸਰੋਵਰ ਮਿਲਦੇ ਆ, ਉਹ ਪਿਆਰਿਓ ਮਹਾਰਾਜ ਨੇ ਆਪ ਨਹੀਂ ਬਣਵਾਏ ਜੀ। ਸੁੱਤੇ ਸਿੱਧ ਬਣੇ ਸਨ ਕੁਝ ਗੁਰੂ ਸਾਹਿਬ ਮਹਾਰਾਜ ਜੀ ਦੇ ਵੇਲੇ ਛੱਪੜੀਆਂ ਸਨ, ਬਾਅਦ ਵਿੱਚ ਉਹ ਸਰੋਵਰ ਬਣੀਆਂ ਜੀ। ਪਰ ਗੋਇੰਦਵਾਲ ਸਾਹਿਬ ਐਸਾ ਤੀਰਥ ਹੈ ਜਿਹੜਾ ਸਤਿਗੁਰੂ ਜੀ ਨੇ ਆਪ ਬਣਵਾਇਆ ਜੀ। ਤੀਰਥ ਕੀ ਹੁੰਦਾ? ਤੀਰਥ ਹੁੰਦਾ ਜਿੱਥੇ ਜਾ ਕੇ ਨਾਮ ਜਪਿਆ ਜਾਵੇ, ਜਿੱਥੇ ਜਾ ਕੇ ਇਸ਼ਨਾਨ ਕੀਤਾ ਜਾਵੇ, ਜਿੱਥੇ ਜਾ ਕੇ ਲੋੜਵੰਦਾਂ ਨੂੰ ਦਾਨ ਦਿੱਤਾ ਜਾਵੇ ਜੀ। ਮਹਾਰਾਜ ਨੇ ਤੀਰਥ ਰਚਿਆ, ਭਾਵੇਂ ਗੁਰੂ ਸਾਹਿਬ ਆਪ ਹੀ ਤੀਰਥ ਹਨ, ਸਤਿਗੁਰੂ ਸਾਹਿਬ ਆਪ ਤੀਰਥ ਹਨ, ਪਰਮੇਸ਼ਰ ਦਾ ਨਾਮ ਤੀਰਥ ਹੈ। ਪਰ ਬਾਹਰੀ ਤੌਰ 'ਤੇ ਗੋਇੰਦਵਾਲ ਸਾਹਿਬ ਹੁਣ ਤੀਰਥ ਬਣ ਰਿਹਾ। ਗੁਰੂ ਘਰ ਵਿੱਚ ਸਿੱਖ ਸੰਗਤਾਂ ਵਿੱਚ ਬੜੀ ਖੁਸ਼ੀ ਹੈ। ਆਓ ਹੁਣ ਆਪਾਂ ਕਥਾ ਸਰਵਣ ਕਰੀਏ। ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਵਿੱਚ ਕਹੋ ਸਾਰੇ ਵਾਹਿਗੁਰੂ ਵਾਹਿਗੁਰੂ। ਹੋਰ ਪ੍ਰੇਮ ਨਾਲ ਗੱਜ ਕੇ ਕਹੋ ਜੀ ਵਾਹਿਗੁਰੂ ਵਾਹਿਗੁਰੂ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸਤਿਗੁਰ ਖਰੇ ਕਰਾਵਤਕਾਰ, ਸੰਗਤ ਕਰਤ ਚੌਂਪ ਚਿਤ ਧਾਰ। ਹਜੂਰ ਗਰੀਬ ਨਵਾਜ ਆਪ ਖਲੋ ਕੇ ਤੀਰਥ ਬਣਵਾ ਰਹੇ ਆ, ਮਿੱਟੀ ਪਟਵਾ ਰਹੇ ਆ। ਸੰਗਤ ਬੜੇ ਪਿਆਰ ਨਾਲ ਸੇਵਾ ਕਰ ਰਹੀ। ਕੋਈ ਕਈ ਲੈ ਕੇ ਆ ਰਿਹਾ, ਕੋਈ ਮਿੱਟੀ ਪੁੱਟ ਰਿਹਾ, ਕੋਈ ਸੁੱਟ ਕੇ ਆ ਰਿਹਾ। ਜਹ ਕਹਿ ਪਸਰ ਗਇਓ ਬਿਰਤੰਤੂ। ਜਿੱਥੇ ਜਿੱਥੇ ਇਹ ਖਬਰ ਪਹੁੰਚ ਗਈ ਹੈ ਨਾ ਵੀ ਸੱਚੇ ਪਾਤਸ਼ਾਹ ਗਰੀਬ ਨਵਾਜ ਤੀਰਥ ਬਣਵਾ ਰਹੇ ਹਨ, ਤੀਰਥ ਰਚਿਓ ਗੁਰੂ ਭਗਵੰਤੂ। ਕੀ ਖਬਰ ਪਹੁੰਚੀ ਹੈ? ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਲਯੁਗੀ ਜੀਵਾਂ ਦਾ ਸਾਡਾ ਭਲਾ ਕਰਨ ਵਾਸਤੇ ਮਹਾਨ ਤੀਰਥ ਬਣਵਾ ਰਹੇ ਹਨ। ਹਾਂਜੀ। ਨਿਜ ਘਰ ਤੇ ਕਹੀਆਂ ਬੋਲਿਆ ਮੈਂ। ਤੇ ਸੰਗਤਾਂ ਫਿਰ ਆਪਣੇ ਘਰੋਂ ਹੀ ਕਈਆਂ ਲੈ ਕੇ ਆਉਣ ਲੱਗ ਪਈਆਂ। ਗੱਜ ਕੇ ਆਖੋ ਵਾਹਿਗੁਰੂ। ਕਿਉਂ? ਪਤਾ ਸੀਗਾ ਉੱਥੇ ਪਤਾ ਨਹੀਂ ਕਈ ਮਿਲਣੀ ਹੈ ਕਿ ਨਹੀਂ ਮਿਲਣੀ, ਸੇਵਾਦਾਰ ਬਹੁਤ ਹੁੰਦੇ ਆ। ਸੰਗਤਾਂ ਆਪਣੇ ਘਰਾਂ ਵਿੱਚੋਂ ਕਈਆਂ ਲੈ ਕੇ ਆਉਣ ਲੱਗ ਪਈਆਂ। ਸਿਰ ਪਰ ਧਰੇ ਟੋਕਰੇ ਆਵੈਂ। ਕਈ ਫਿਰ ਟੋਕਰੇ ਹੀ ਘਰੋਂ ਲੈ ਕੇ ਆਉਣ ਲੱਗ ਪਏ ਵੀ ਉੱਥੇ ਬਾਟਾ ਟੋਕਰਾ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ, ਅਸੀਂ ਘਰੋਂ ਹੀ ਲੈ ਕੇ ਜਾਂਦੇ ਆ। ਕੋਈ ਕਈ ਲੈ ਕੇ ਆ ਰਿਹਾ, ਕੋਈ ਟੋਕਰਾ ਲੈ ਕੇ ਆ ਰਿਹਾ। ਜਿਉਂ ਜਿਉਂ ਸੇਵ ਕਰੈਂ ਤਰ ਭਾਊ। ਪਿਆਰਿਓ ਜਿਉਂ ਜਿਉਂ ਭਾਵਨਾ ਦੇ ਨਾਲ ਮਿੱਟੀ ਪੁੱਟਦੇ ਆ, ਗੁਰੂ ਸਾਹਿਬ ਜੀ ਦੀ ਇਸ ਮਹਾਨ ਕਾਰ ਵਿੱਚ ਸੇਵਾ ਕਰਦੇ ਆ, ਤਿਉਂ ਤਿਉਂ ਸਤਿਗੁਰ ਹੋਤ ਪਸਾਊ। ਬਸ ਤਿਉਂ ਤਿਉਂ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੰਗਤਾਂ ਤੇ ਖੁਸ਼ ਹੋ ਰਹੇ ਆ ਜੀ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਘਰ ਹੈ ਹੀ ਖੁਸ਼ੀਆਂ ਉਹਨੂੰ ਜਿਹੜਾ ਸੇਵਾ ਕਰਦਾ ਜੀ। ਸੇਵਾ ਕਰਨ ਵਾਲਿਆਂ ਨੂੰ, ਪ੍ਰੇਮ ਨਾਲ ਸੇਵਾ ਕਰਨ ਵਾਲਿਆਂ ਨੂੰ ਖੁਸ਼ੀਆਂ ਮਿਲਦੀਆਂ ਗੁਰੂ ਘਰੋਂ। ਹਾਂਜੀ। ਨਿਤ ਪ੍ਰਤ ਕਰਤਕਾਰ ਨਰ ਬ੍ਰਿੰਦ। ਇਸ ਤਰੀਕੇ ਨਾਲ ਹਰ ਰੋਜ਼ ਹੀ ਪਤਾ ਨਹੀਂ ਕਿੱਥੋਂ ਕਿੱਥੋਂ ਜੱਥੇ ਆ ਜਾਂਦੇ ਆ, ਬੜੇ ਪਿਆਰ ਨਾਲ ਸੇਵਾ ਕਰਦੇ ਆ। ਹਾਂਜੀ। ਕੱਢ ਹੈ ਮਾਟੀ ਖੋਦ ਬਿਲੰਦ। ਉਹ ਮਿੱਟੀ ਪੁੱਟਦੇ ਆ, ਬੜਾ ਡੂੰਘਾ ਖੋਦ ਰਹੇ ਆ। ਜਦੋਂ ਖੋਦਦੇ ਆ ਮਹਾਰਾਜ ਹੋਰ ਕਹਿੰਦੇ ਨਾ ਭਾਈ ਅਜੇ ਹੋਰ ਖੋਦੋ, ਹੋਰ ਖੋਦੋ, ਹੋਰ ਖੋਦੋ। ਬੜੀ ਡੂੰਘੀ ਪਟਾਈ ਹੋ ਰਹੀ ਹੈ। ਹਾਂਜੀ। ਸੰਗਤ ਕਾਰ ਕਰਤ ਤਹਿ ਜੇਤੀ। ਜਿੰਨੀ ਸੰਗਤ ਉਥੇ ਕਾਰ ਸੇਵਾ ਕਰ ਰਹੀ ਹੈ ਨਾ, ਹਾਂਜੀ, ਅਚਹਿ ਦੇਗ ਤੇ ਭੋਜਨ ਤੇਤੀ। ਮਹਾਰਾਜ ਗੁਰੂ ਅਮਰਦਾਸ ਸਾਹਿਬ ਬੜਾ ਵਧੀਆ ਲੰਗਰ ਬਣਵਾਉਂਦੇ ਉਹਨਾਂ ਵਾਸਤੇ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਗੁਰੂ ਅਮਰਦਾਸ ਸਾਹਿਬ ਲੰਗਰ ਵਧੀਆ ਬਣਵਾਉਂਦੇ ਹੁੰਦੇ ਸੀਗੇ। ਇਹ ਨਹੀਂ ਸਾਰੀ ਦਿਹਾੜੀ ਸੰਗਤਾਂ ਨੇ ਮਿਹਨਤਾਂ ਕਰਨੀਆਂ ਤੇ ਉਹਨਾਂ ਨੂੰ ਖੁਸ਼ਕ ਜਿਹਾ ਪ੍ਰਸ਼ਾਦਾ ਦੇ ਦਿਓ, ਨਹੀਂ, ਮਹਾਰਾਜ ਬੜਾ ਵਧੀਆ ਲੰਗਰ ਪ੍ਰੇਮੀਆਂ ਨੂੰ ਛਕਾਉਂਦੇ ਜੀ। ਹਾਂਜੀ। ਲੱਗਾ ਹੈ ਮਿਹਨਤੀ ਗਨ ਜੇ ਆਏ। ਕੁਝ ਲੋਕ ਐਸੇ ਸਨ ਜਿਹੜੇ ਆਪ ਨਹੀਂ ਸੀ ਪੁੱਟ ਸਕਦੇ ਮਿੱਟੀ ਦੀ। ਉਹਨਾਂ ਪਤਾ ਕੀ ਕੀਤਾ ਜੀ? ਬਜ਼ੁਰਗ ਸਨ,
ਉਹ ਮਾਇਆ ਤੇ ਉਹਨਾਂ ਬੰਦੇ ਖਰੀਦ ਲਏ ਵੀ ਤੁਹਾਨੂੰ ਮਜ਼ਦੂਰੀ ਦਿਆ ਕਰਾਂਗੇ, ਤੁਸੀਂ ਸਾਡੇ ਵੱਲੋਂ ਮਿੱਟੀ ਪੁੱਟੋ। ਗੱਜ ਕੇ ਆਖੋ ਵਾਹਿਗੁਰੂ। ਮਤਲਬ ਕੋਈ ਕਸਰ ਨਹੀਂ ਛੱਡ ਰਿਹਾ, ਕੋਈ ਕਮੀ ਨਹੀਂ ਛੱਡ ਰਿਹਾ। ਬੜੇ ਮਜ਼ਦੂਰ ਵੀ ਆ ਕੇ ਲੱਗੇ ਜੀ। ਹਾਂਜੀ, ਸੋ 2 ਟਕੇ ਦਿਹਾੜੀ ਪਾਏ। 2 ਟਕੇ ਦਿਹਾੜੀ ਉਸ ਸਮੇਂ ਬੜੀ ਹੁੰਦੀ ਸੀਗੀ, ਉਹ ਉਹਨਾਂ ਨੂੰ ਮਿਲਦੀ ਹੁੰਦੀ ਸੀਗੀ ਜੀ। ਹਾਂਜੀ, ਲੰਗਰ ਤੇ ਆਹਾਰ ਮਨ ਭਾਵਤ। ਬਾਕੀ ਲੰਗਰ ਦੇ ਵਿੱਚੋਂ ਮਨ ਭਾਉਂਦਾ ਪ੍ਰਸ਼ਾਦਾ ਮਿਲਣਾ ਜੀ। ਹਾਂਜੀ, ਦੇਸੀ ਘਿਓ ਪੈਣਾ ਵਿੱਚ, ਖੀਰ ਮਿਲਣੀ, ਬੜੇ ਵਧੀਆ ਵਧੀਆ ਪਦਾਰਥ ਜਿਹੜੇ ਆ ਉਹ ਲੰਗਰ ਵਿੱਚੋਂ ਮਿਲਦੇ ਜੀ। ਹਾਂਜੀ, ਲੇਕਰ ਸੋ ਪੀਤਹਿ ਤੇ ਖਾਵਤ। ਉਹ ਮਜ਼ਦੂਰਾਂ ਨੂੰ ਇਹ ਨਹੀਂ ਸੀ ਵੀ ਤੁਸੀਂ ਪੈਸੇ ਲੈ ਰਹੇ ਤੇ ਲੰਗਰ ਚੋਂ ਪ੍ਰਸ਼ਾਦਾ ਨਹੀਂ ਛਕਣਾ। ਇਹ ਗੁਰੂ ਨਾਨਕ ਦਾ ਘਰ ਹੈ, ਉਹਨਾਂ ਨੂੰ ਵੀ ਉੱਥੋਂ ਲੰਗਰ ਵਿੱਚੋਂ ਪ੍ਰਸ਼ਾਦਾ ਮਿਲਦਾ। ਹਰ ਕੋਈ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਆ ਕੇ ਬੜਾ ਖੁਸ਼ ਸੀਗਾ ਜੀ। ਹਾਂਜੀ, ਦੇਗ ਬੇਸਾਲ ਹੋਣ ਤਬ ਲਾਗੀ। ਲਓ ਜੀ, ਹੁਣ ਸੰਗਤਾਂ ਬਹੁਤ ਆਉਣ ਲੱਗ ਪਈਆਂ, ਅੱਗੇ ਨਾਲੋਂ ਦੂਣਾ ਲੰਗਰ ਪੱਕਣ ਲੱਗ ਪਿਆ ਜੀ। ਮਾਈਆਂ ਭੈਣਾਂ ਪ੍ਰਸ਼ਾਦੇ ਪਕਾਉਂਦੀਆਂ ਪ੍ਰੇਮ ਨਾਲ, ਭਾਈ ਵੀਰ ਜਿਹੜੇ ਆ ਉਹ ਮਿੱਟੀ ਪੁੱਟਦੇ ਪ੍ਰੇਮ ਨਾਲ। ਹਾਂਜੀ, ਅੰਨ ਹੈ ਅੰਨ ਸਿੱਖਨ ਵੱਡ ਭਾਗੀ। ਵੱਡੇ ਭਾਗਾਂ ਵਾਲੇ ਸਿੱਖਾਂ ਨੇ ਫਿਰ ਇਹ ਵੀ ਸੋਚਿਆ, ਲੰਗਰ ਲੱਗਾ, ਮਸਾਂ ਮਸਾਂ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਅਸੀਂ ਹਿੱਸਾ ਪਾ ਲਈਏ। ਕਿਉਂ ਅੱਗੇ ਤੇ ਮਹਾਰਾਜ ਇੱਕ ਦਿਨ ਜੋਗਾ ਲੰਗਰ ਲੈਂਦੇ ਸਨ, ਹੁਣ ਉਹ ਫਿਰ ਪ੍ਰੇਮੀ ਅੰਨ ਲੈ ਕੇ ਆਉਣ ਲੱਗ ਪਏ ਜੀ। ਜਦੋਂ ਸੰਗਤ ਜੀ ਇਹੋ ਜੀ ਸੇਵਾ ਲੱਗਦੀ ਹੈ ਨਾ, ਕਮੀ ਨਾ ਛੱਡਿਆ ਕਰੋ, ਸਮਝਿਆ ਕਰੋ ਕੁੰਭ ਹੀ ਹੈ ਜੀ। ਗੱਜ ਕੇ ਆਖੋ ਵਾਹਿਗੁਰੂ। ਜਿਹੜਾ ਅੰਨ ਲਿਆ ਸਕਦਾ ਉਹ ਅੰਨ ਦੀ ਸੇਵਾ ਕਰ ਲੇ, ਜਿਹੜਾ ਹੱਥੀਂ ਸੇਵਾ ਕਰ ਸਕਦਾ ਉਹ ਹੱਥੀਂ ਸੇਵਾ ਕਰ ਲੇ, ਜਿਹੜਾ ਮਜ਼ਦੂਰਾਂ ਨੂੰ ਪੈਸੇ ਦੇ ਸਕਦਾ ਉਹ ਪੈਸੇ ਦੇ ਦੇ, ਜਿਹੜਾ ਸੀਮੈਂਟ ਲੈ ਕੇ ਆ ਸਕਦਾ ਉਹ ਸੀਮੈਂਟ ਲੈ ਆਵੇ। ਇਹੋ ਜਿਹੇ ਮੌਕੇ ਬਾਰ-ਬਾਰ ਨਹੀਂ ਮਿਲਦੇ ਜੀ। ਹੁਣ ਵੇਖੋ, ਭਾਗਾਂ ਵਾਲੇ ਹੋਣਗੇ ਉਹ ਜੀਵ ਜਿਨ੍ਹਾਂ ਨੇ ਉਦੋਂ ਮਹਾਰਾਜ ਨੂੰ ਸੀਮੈਂਟ ਭਾਵ ਚੂਨਾ ਲਿਆ ਕੇ ਦਿੱਤਾ, ਉਹਨਾਂ ਦਾ ਚੂਨਾ ਅੱਜ ਤੱਕ ਉੱਥੇ ਬੌਲੀ ਸਾਹਿਬ ਵਿੱਚ ਲੱਗਾ ਜੀ। ਹਾਂਜੀ, ਤੇ ਹੋਰ ਸੁਣੋ ਇੱਕ ਮਹਾਂਪੁਰਖ ਦੇ ਬੋਲ, ਉਹ ਕਹਿੰਦੇ ਪਿਆਰਿਓ, ਜਦੋਂ ਗੁਰੂ ਘਰ ਬਣ ਰਿਹਾ ਹੋਵੇ, ਕਾਰ ਸੇਵਾ ਹੋ ਰਹੀ ਹੋਵੇ, ਤੇ ਜਿਹੜਾ ਬੰਦਾ ਹਿੱਸਾ ਪਾ ਲੇ ਨਾ, ਉਹ ਸਮਝੋ ਸੱਚਖੰਡ ਵਿੱਚ ਆਪਣਾ ਘਰ ਬਣਾ ਰਿਹਾ ਜੀ। ਇੰਨਾ ਵੱਡਾ ਮਹਾਤਮ ਹੈ। ਹਾਂਜੀ, ਕੇਤਕ ਦਾਸ ਦਰਬ ਲੈ ਆਏ। ਕੁਝ ਸੇਵਕ ਜਿਹੜੇ ਆ ਉਹ ਹੋਰ ਖੁੱਲੀ ਮਾਇਆ ਲੈ ਆਏ ਜੀ। ਹਾਂਜੀ, ਬੈਠ ਮਿਹਨਤੀ ਦੇਤ ਲਗਾਏ। ਉਹ ਫਿਰ ਮਜ਼ਦੂਰਾਂ ਨੂੰ ਦਿਹਾੜੀ ਤੇ ਲਾਤਾ, ਆਪ ਵੀ ਸੇਵਾ ਕਰਨ ਦੇ ਆ, ਪਰ ਮਜ਼ਦੂਰਾਂ ਨੂੰ ਮਜ਼ਦੂਰੀ ਵੀ ਦੇ ਰਹੇ ਵੀ ਸਾਡਾ ਹਿੱਸਾ ਪਵੇ ਜੀ ਬੌਲੀ ਸਾਹਿਬ ਵਿੱਚ। ਹਾਂਜੀ, ਰਹਿ ਬਾਵਲੀ ਥਲ ਬੜ ਭੀਰ, ਕਬ ਕਬ ਸਤਿਗੁਰ ਬੈਠੈ ਤੀਰ। ਉਹ ਫਿਰ ਬੌਲੀ ਸਾਹਿਬ ਵਾਲੇ ਅਸਥਾਨ ਤੇ ਹਜ਼ਾਰਾਂ ਹੀ ਸੰਗਤਾਂ ਇਕੱਠੀਆਂ ਹੋ ਗਈਆਂ ਜੀ। ਉਹ ਇੱਕ ਇੱਕ ਵਾਰੀ ਕਈ ਕਰਨ ਦਾ ਮੌਕਾ ਮਿਲਦਾ ਜੀ, ਤੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਵਿੱਚ ਵਿੱਚ ਆ ਕੇ ਬੈਠ ਜਾਂਦੇ ਆ, ਆਪ ਸੇਵਾ ਕਰਵਾਉਂਦੇ ਸੱਚੇ ਪਾਤਸ਼ਾਹ। ਹਾਂਜੀ, ਧਨ ਤੇ ਤਨ ਤੇ ਸੇਵੈ ਗੁਰ ਕੋ। ਪ੍ਰੇਮੀ ਧਨ ਕਰਕੇ ਵੀ ਤੇ ਪ੍ਰੇਮੀ ਤਨ ਕਰਕੇ ਵੀ, ਦੋਵਾਂ ਤਰੀਕਿਆਂ ਨਾਲ ਸੇਵਾ ਕਰਕੇ ਧੰਨ ਗੁਰੂ ਅਮਰਦਾਸ ਜੀ ਦੀ ਖੁਸ਼ੀ ਲੈ ਰਹੇ। ਗੱਜ ਕੇ ਆਖੋ ਵਾਹਿਗੁਰੂ। ਬਸ ਜਿਨ੍ਹਾਂ ਨੂੰ ਵਾਲਾ ਜੇ ਸੰਗਤ ਜੀ। ਹਾਂਜੀ, ਪ੍ਰੇਮ ਕਰੈ ਦੀਰਘ ਨਰ ਉਰ ਕੋ। ਤੇ ਧਨ ਵੀ ਚੜਾਉਂਦੇ ਐ, ਸਰੀਰ ਕਰਕੇ ਵੀ ਸੇਵਾ ਕਰਦੇ ਐ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈ ਰਹੇ ਜੀ। ਹਾਂਜੀ, ਘਾਲਹਿ ਘਾਲ ਲੇਹ ਫਲ ਚਾਹਾ। ਬੜੀ ਕਮਾਈ ਕਰਦੇ ਐ, ਇੱਛਾ ਕੀ ਹੈ ਮਹਾਰਾਜ ਸਾਡੇ ਤੇ ਖੁਸ਼ ਹੋ ਜਾਣ, ਸਾਨੂੰ ਵੀ ਕੋਈ ਫਲ ਮਿਲ ਜੇ। ਹਾਂਜੀ, ਹਾਲਤ ਪਲਤ ਕੋ ਦੀਰਘ ਲਾਹਾ। ਪਿਆਰਿਓ, ਐਸੇ ਸਮੇਂ ਸੇਵਾ ਕਰਨੀ ਲੋਕ ਪਰਲੋਕ ਵਿੱਚ ਭਲਾ ਕਰਾਉਣ ਦੇ ਬਰਾਬਰ ਹੈ ਜੀ। ਹਾਂਜੀ, ਬੜੇ ਹੀ ਪਿਆਰ ਨਾਲ ਪ੍ਰੇਮੀ ਸੇਵਾ ਕਰ ਰਹੇ। ਹਾਂਜੀ, ਸੁਨ ਸੁਨ ਸੁਧ ਕੋ ਸਿੱਖ ਉਤਲਾਵਤ। ਸੁਣ ਸੁਣ ਕੇ, ਇੱਕ ਦੂਜੇ ਕੋਲੋਂ ਸੁਣ ਸੁਣ ਕੇ, ਜਿਹਨੂੰ ਪਤਾ ਲੱਗਦਾ ਨਾ ਵੀ ਗੋਇੰਦਵਾਲ ਸਾਹਿਬ ਬੌੜੀ ਸਾਹਿਬ ਦੀ ਸੇਵਾ ਚੱਲ ਰਹੀ, ਤੀਰਥ ਬਣ ਰਿਹਾ, ਉਹ ਬਸ ਦੌੜ ਹੀ ਪੈਂਦਾ ਜੀ ਵੀ ਮੈਂ ਕਿਸੇ ਤਰੀਕੇ ਨਾਲ ਪਹੁੰਚ ਜਾਵਾਂ। ਕਰਤ ਚੌਂਤ ਚਿਪ ਤਿਸ ਥਲ ਆਵਤ। ਬੜੇ ਸ਼ੌਂਕ ਦੇ ਨਾਲ, ਬੜੇ ਪਿਆਰ ਦੇ ਨਾਲ ਸੇਵਕ ਪ੍ਰੇਮੀ ਜਿਹੜੇ ਉੱਥੇ ਪਹੁੰਚ ਰਹੇ ਆ।
ਹਾਂਜੀ। ਲਵਪੁਰ ਆਦ ਨਗਰ ਗਨ ਜੋਈ। ਗੱਜ ਕੇ ਆਖੋ ਵਾਹਿਗੁਰੂ। ਤੇ ਲਾਹੌਰ ਵੀ ਖਬਰਾਂ ਪਹੁੰਚ ਗਈਆਂ ਜੀ, ਲਾਹੌਰ ਵੀ ਖਬਰਾਂ ਪਹੁੰਚ ਗਈਆਂ ਕਿ ਮਹਾਰਾਜ ਤੀਰਥ ਬਣਵਾ ਰਹੇ ਆ। ਹਾਂਜੀ। ਗ੍ਰਾਮ ਬ੍ਰਿੰਦ ਮੈਂ ਇਹ ਸੁਧ ਹੋਈ। ਪਿੰਡਾਂ ਦੇ ਵਿੱਚ ਖਬਰ ਪਹੁੰਚ ਗਈ ਜੀ। ਵੇਖ ਲਓ ਉਦੋਂ ਅਜੇ ਨਾ WhatsApp, ਨਾ Facebook, ਨਾ ਮੀਡੀਆ, ਨਾ ਚੈਨਲ ਜੀ। ਬਸ ਇੱਕ ਦੂਜੇ ਤੋਂ ਖਬਰ ਪਹੁੰਚ ਜਾਂਦੀ ਜੀ ਅੱਗੇ। ਹਾਂਜੀ। ਸਤਿਗੁਰ ਤੀਰਥ ਰਚੈ ਸੋ ਥਾਪੀ। ਹਾਂਜੀ। ਫਲਦਾਇਕ ਜਿਹੇ ਉਧਰਹਿ ਪਾਪੀ। ਭਾਈ ਮਹਾਰਾਜ ਬੌਲੀ ਸਾਹਿਬ ਬਣਵਾ ਰਹੇ ਆ, ਤੀਰਥ ਪ੍ਰਗਟ ਕਰ ਰਹੇ ਆ, ਤੇ ਭਾਈ ਕੋਈ ਕਮੀ ਨਾ ਛੱਡੋ। ਹਾਂਜੀ। ਗਏ ਭਾਵਨੀ ਕਰ ਹੋਏ ਪੂਰਨ। ਜਿਹੜਾ ਵੀ ਜਾਏਗਾ ਉਹਦੀ ਭਾਵਨਾ ਪੂਰੀ ਹੋਵੇਗੀ, ਜਿਹੜਾ ਵੀ ਸੇਵਾ ਕਰੇਗਾ। ਹਾਂਜੀ। ਇਮ ਸੁਨ ਨਾਰਗਨ ਪਹੁੰਚੈ ਉਹ ਤੂਰਨ। ਜਦੋਂ ਲੋਕ ਇਹ ਗੱਲ ਸੁਣਦੇ ਨਾ ਜੀ, ਭੱਜ ਕੇ ਹੀ ਪਹੁੰਚਦੇ ਜੀ ਵੀ ਸੇਵਾ ਕਰ ਲਈਏ ਗੁਰੂ ਸਾਹਿਬ ਜੀ ਦੀ। ਹਾਂਜੀ। ਧਨ ਤੇ ਲਾਏ ਮਿਹਨਤੀ ਦੇਤ। ਪੁੰਨ ਉਠ ਖਨ ਹੈ ਕਹੀ ਕਰ ਲੇਤ। ਹਾਂਜੀ। ਇੱਕ ਆਵੈ ਇੱਕ ਜਾਵੈ ਪਾਸ। ਇੱਕ ਆ ਰਿਹਾ, ਇੱਕ ਜਾ ਰਿਹਾ। ਕੋਈ ਤੁਸੀਂ ਵੇਖੋ ਜਦੋਂ ਸਰੋਵਰ ਸਾਹਿਬ ਦੀ ਕਾਰ ਸੇਵਾ ਹੋਈ, ਕਿਵੇਂ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚੋਂ ਪਹੁੰਚੀਆਂ ਜੀ ਗੁਰੂ ਰਾਮਦਾਸ ਜੀ ਦੇ ਸਰੋਵਰ ਦੀ ਸੇਵਾ ਕਰਨ। ਇਸੇ ਤਰ੍ਹਾਂ ਗੋਇੰਦਵਾਲ ਸਾਹਿਬ ਵਿੱਚ ਕੋਈ ਆ ਰਿਹਾ, ਕੋਈ ਜਾ ਰਿਹਾ। ਇੱਕ ਆ ਜਾਂਦਾ, ਇੱਕ ਚਲੇ ਜਾਂਦਾ ਜੀ। ਹਾਂਜੀ। ਸਿੱਖ ਸੰਗਤ ਮੈਂ ਅਧਿਕ ਹੁਲਾਸ। ਸਿੱਖ ਸੰਗਤਾਂ ਵਿੱਚ ਬੜਾ ਚਾਅ, ਬੜਾ ਚਾਅ। ਹਾਂਜੀ। ਕਾਰ ਬਾਪਿਕਾ ਮੈਂ ਅਨੁਰਾਗੇ। ਇਹ ਬੜੇ ਪ੍ਰੇਮ ਨਾਲ ਸੇਵਾ ਕਰਦੇ ਜੀ, ਬੜੇ ਪ੍ਰੇਮ ਨਾਲ ਮਿੱਟੀ ਪੁੱਟਦੇ ਆ ਤੇ ਸਾਧ ਸੰਗਤ ਜੀ ਕਈਆਂ ਚਲਾਉਂਦੇ ਆ, ਟੋਕਰੇ ਭਰ ਭਰ ਸੁੱਟ ਕੇ ਆਉਂਦੇ ਆ। ਹਾਂਜੀ। ਸਤਿਗੁਰ ਕੀ ਸੇਵਾ ਮੋਹ ਲਾਗੇ। ਜਿਹੜਾ ਨਹੀਂ ਸੀਗਾ ਉਹ ਸੇਵਾ ਦੇ ਰੰਗ ਵਿੱਚ ਰੰਗਿਆ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਅਸਲ ਵਿੱਚ ਗੱਲ ਇਹ ਵੀ ਹੈ ਵੀ ਜਿਹੜੇ ਕਮਾਈ ਵਾਲੇ ਪੁਰਸ਼ ਹੁੰਦੇ ਆ ਨਾ, ਉਹ ਹਰ ਇੱਕ ਨੂੰ ਇੱਕ ਰੰਗ ਵਿੱਚ ਰੰਗ ਦਿੰਦੇ ਜੀ। ਮਹਾਰਾਜ ਨੇ ਸਾਰਿਆਂ ਨੂੰ ਸੇਵਾ ਦੇ ਰੰਗ ਵਿੱਚ ਰੰਗ ਦਿੱਤਾ। ਲਵਪੁਰ ਤੇ ਮਜੂਰ ਚੱਲ ਆਏ। ਲਾਹੌਰ ਤੋਂ ਵੀ ਮਜ਼ਦੂਰ ਚੱਲ ਕੇ ਆਏ ਜੀ। ਹਾਂਜੀ। ਕਰਹਿ ਕਾਰ ਚਿਤ ਚੌਂਪ ਬਢਾਏ। ਉਹ ਵੀ ਬੜੇ ਪ੍ਰੇਮ ਨਾਲ ਸੇਵਾ ਕਰਦੇ ਆ, 2 ਟਕੇ ਦਿਹਾੜੀ ਵੀ ਲੈਂਦੇ ਆ। ਹਾਂਜੀ। ਦਿਨ ਮੈਂ ਲੰਗਰ ਭੋਜਨ ਖਾਵਤ। ਦਿਨੇ ਰੱਜ ਕੇ ਭੋਜਨ ਪ੍ਰਸ਼ਾਦਾ ਲੰਗਰ ਵਿੱਚੋਂ ਛਕਣਾ। ਨਹੀਂ ਤੇ ਮਜ਼ਦੂਰ ਘਰੋਂ ਲੈ ਕੇ ਆਉਂਦੇ ਜੀ ਆਪਣੀ। ਹਾਂਜੀ। ਮਜ਼ਦੂਰਾਂ ਨੂੰ ਘਰਾਂ ਚੋਂ ਲਿਆਉਣੀ ਪੈਂਦੀ, ਪਰ ਗੁਰੂ ਸਾਹਿਬ ਨੇ ਕਿਹਾ ਸੀ ਨਹੀਂ, ਇੱਥੇ ਗੁਰੂ ਦਾ ਲੰਗਰ ਹੈ, ਘਰੋਂ ਨਹੀਂ ਕੋਈ ਲੈ ਕੇ ਆਏਗਾ। ਹਾਂਜੀ। ਸਾਂਝ 2 ਆਨ ਦਿਹਾੜੀ ਪਾਵਤ। ਦਿਨੇ ਰੱਜ ਕੇ ਲੰਗਰ ਵਿੱਚ ਸੇਵਾ ਕਰਨੀ ਤੇ ਬਾਅਦ ਵਿੱਚ ਸ਼ਾਮ ਨੂੰ ਸਾਧ ਸੰਗਤ ਜੀ ਦਿਨੇ ਰੱਜ ਕੇ ਪਹਿਲਾਂ ਲੰਗਰ ਛਕਣਾ, ਸੇਵਾ ਕਰਨੀ, ਸ਼ਾਮੀ ਦਿਹਾੜੀਆਂ ਲੈਣੀਆਂ ਜੀ। ਹਾਂਜੀ। ਇੱਕ ਸਿੱਖ ਪ੍ਰੇਮੀ ਤਹ ਚਲ ਆਵੈ। ਇੱਕ ਮਿਹਨਤੀ ਦਿਹਾੜੀ ਪਾਵੈ। ਹਾਂਜੀ। ਦਿਨ ਪ੍ਰਤ ਬਾਪੀ ਕਾਰ ਮਹਾਨਾ। ਇਸ ਤਰੀਕੇ ਨਾਲ ਦਿਨੋਂ ਦਿਨ ਬੌਲੀ ਸਾਹਿਬ ਦੀ ਸੇਵਾ ਹੋ ਰਹੀ ਹੈ ਜੀ। ਹਾਂਜੀ। ਹੋਵਤ ਹੈ ਭੀ ਬਿਦਦ ਜਹਾਨਾ। ਹਰ ਰੋਜ਼ ਸੇਵਾ ਚੱਲ ਰਹੀ ਤੇ ਜਗਤ ਵਿੱਚ ਹੀ ਗੱਲ ਪ੍ਰਸਿੱਧ ਹੋ ਗਈ ਜੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਜਦੋਂ ਇਹ ਪ੍ਰਸੰਗ ਪੜੀਦਾ ਸੁਣੀਦਾ, ਜੀ ਕਰਦਾ ਚੁੱਭਾ ਮਾਰ ਕੇ ਆਈਏ ਜੀ ਬੌਲੀ ਸਾਹਿਬ ਵਿੱਚ। ਇੰਨਾ ਮਹਾਨ ਤੀਰਥ। ਹਾਂਜੀ। ਸਭ ਮਹਿ ਰਾਮਦਾਸ ਮਿਲ ਕਰਕੇ। ਉਹਨਾਂ ਸਾਰਿਆਂ ਦੇ ਵਿੱਚ ਨਾ ਜੀ ਗੁਰੂ ਰਾਮਦਾਸ ਸਾਹਿਬ ਵੀ ਸ਼ਾਮਲ ਹਨ। ਸੇਵਕ ਰੂਪ ਵਿੱਚ ਉਹ ਵੀ ਸੇਵਾ ਕਰਦੇ ਆ। ਹਾਂਜੀ। ਸਤਿਗੁਰ ਚਰਨ ਪ੍ਰੇਮ ਕੋ ਧਰ ਕੇ। ਉਹ ਵੀ ਮਹਾਰਾਜ ਦਾ ਪਿਆਰ ਹਿਰਦੇ 'ਚ ਧਾਰਨ ਕਰਕੇ ਬੜੇ ਪਿਆਰ ਨਾਲ ਬੌਲੀ ਸਾਹਿਬ ਦੀ ਸੇਵਾ ਕਰਦੇ ਆ। ਹਾਂਜੀ। ਕਰਹਿ ਬਾਪਿਕਾ ਸੇਵਕ ਕਰਹਿ ਬਾਪਿਕਾ ਸੇਵ ਬਿਸਾਲਾ। ਸਰਬ ਗਰਭ ਤੇ ਹੋਇ ਨਿਲਹਰਲਾ। ਕਮਾਲ ਦੀ ਗੱਲ ਇਹ ਹੈ, ਜਵਾਈ ਹਨ ਪਰ ਜਵਾਈ ਹੋਣ ਦੇ ਬਾਵਜੂਦ 1% ਵੀ ਮਨ 'ਚ ਹਉਮੈ ਨਹੀਂ ਹੈਗੀ ਜੀ। 1% ਵੀ ਮਨ 'ਚ ਹਉਮੈ ਨਹੀਂ ਹੈਗੀ। ਨਿਰਾਲੇ ਹੋ ਕੇ ਸੇਵਾ ਕਰਦੇ ਆ। ਬਚਨ ਘੱਟ ਕਰਦੇ ਆ, ਸੇਵਾ ਜ਼ਿਆਦੀ ਕਰਦੇ ਆ। ਹਾਂਜੀ। ਅਤ ਹਿਤ ਕਰਕੇ ਕਾਰ ਕਮਾਵੈ ਹੈ। ਸ਼੍ਰੀ ਰਾਮਦਾਸ ਜੀ ਬੜੇ ਹੀ ਪਿਆਰ ਨਾਲ ਆਪਣਾ ਭਲਾ ਜਾਣ ਕੇ ਸੇਵਾ ਕਰ ਰਹੇ ਆ।
ਹਾਂਜੀ। ਧਰਹਿ ਟੋਕਰੀ ਸਿਰ ਨਿਕਸਾਵਹਿ। ਟੋਕਰੀ ਸਿਰ ਤੇ ਚੁੱਕੀ ਹੋਣੀ ਮਿੱਟੀ ਦੀ ਭਰੀ, ਪਿਆਰਿਓ ਟੋਕਰੀ ਸਿਰ ਤੇ ਚੁੱਕ ਕੇ ਦੂਰ ਥਾਂ ਤੇ ਜਾ ਕੇ ਸਤਿਗੁਰੂ ਆਪ ਮਿੱਟੀ ਸੁੱਟ ਕੇ ਆਉਂਦੇ ਆ। ਵੇਖੋ ਕੱਦ ਲੰਬਾ ਹੈ, ਸਰੂਪ ਬੜਾ ਸੋਹਣਾ ਹੈ, ਜਿਹੜਾ ਦਾੜਾ ਹੈ ਨਾ ਉਹ ਵੀ ਬੜਾ ਲੰਬਾ ਹੈ। ਹਾਂਜੀ। ਨਿਜ ਕੁਲ ਕੀ ਲੱਜਾ ਕੋ ਪਰਹਰ, ਸੰਬੰਧਨ ਕੀ ਆਨ ਨਹੀਂ ਧਰ। ਇਹ ਵੀ ਪਤਾ ਵੀ ਲਾਹੌਰ ਤੋਂ ਬੰਦੇ ਵੀ ਆ ਕੇ ਵਿੱਚ ਲੱਗੇ ਆ, ਪਰ ਇਹ ਨਹੀਂ ਸੋਚਣਾ ਵੀ ਨਹੀਂ ਨਹੀਂ ਉਹ ਮੇਰੇ ਬਾਰੇ ਕੀ ਆਖਣਗੇ। ਪਿਆਰਿਓ ਸਾਰਾ ਕੁਝ ਪਰਾਂ ਕਰਕੇ ਫਿਰ ਸੇਵਾ ਕਰਦੇ ਸੀਗੇ। ਤੇ ਮਾਫ ਕਰਿਓ, ਜਿੰਨਾ ਚਿਰ ਤੱਕ ਲੋਕਾਂ ਦੀ ਕਾਣ ਹੋਵੇ ਉਹਨਾਂ ਚਿਰ ਤੱਕ ਗੁਰੂ ਦੇ ਦਰ ਤੇ ਸੇਵਾ ਹੋ ਹੀ ਨਹੀਂ ਸਕਦੀ। ਹਾਂ, ਕੰਮ ਜ਼ਰੂਰ ਬੰਦਾ ਕਰ ਸਕਦਾ, ਨੌਕਰੀ ਕਰ ਸਕਦਾ, ਡਿਊਟੀ ਕਰ ਸਕਦਾ, ਪਰ ਉਹ ਸੇਵਾ ਜਿਹੜੀ ਹੈ ਨਾ ਉਹ ਤੇ ਮੈਂ ਪਰਾਂ ਹੋਵੇ ਫੇਰ ਹੀ ਹੁੰਦੀ ਜੀ। ਹਾਂਜੀ। ਸਭ ਜਗ ਕੀ ਰਾਖੀ ਨਹਿ ਕਾਨ। ਜਗਤ ਦੀ ਕੋਈ ਪਰਵਾਹ ਨਹੀਂ ਕੀਤੀ ਜੀ ਉਹਨਾਂ ਨੇ। ਲੋਕ ਮੈਨੂੰ ਕੀ ਆਖਣਗੇ, ਮੈਂ ਜਵਾਈ ਭਾਈ ਆ। ਸੱਚੀ ਗੱਲ 'ਚ ਪਿਆਰਿਓ, ਲੋਕਾਂ ਦੀਆਂ ਗੱਲਾਂ ਵੀ ਕਈ ਵਾਰੀ ਬੰਦੇ ਨੂੰ ਸੇਵਾ ਨਹੀਂ ਕਰਨ ਦਿੰਦੀਆਂ ਜੀ। ਲੋਕ ਮੈਨੂੰ ਕੀ ਆਖਣਗੇ। ਹਾਂਜੀ। ਸੇਵਾ ਕੇ ਤਤਪਰ ਸਵਧਾਨ। ਪਰ ਇਹ ਗੱਲ ਗੁਰੂ ਰਾਮਦਾਸ ਜੀ ਨੇ ਅੰਦਰੋਂ ਹੀ ਕੱਢੀ ਹੋਈ ਹੈ ਜੀ। ਸੇਵਾ ਵਿੱਚ ਸਾਵਧਾਨ ਹੈਗੇ ਆ। ਕਈ ਬੰਦੇ ਐਸੇ ਹੁੰਦੇ ਆ, ਉਹਨਾਂ ਨੂੰ ਕਹਿ ਕੇ ਕੰਮ ਕਰਾਉਣਾ ਪੈਂਦਾ ਜੀ ਸੇਵਾ ਦਾ ਜੀ। ਉਹਨਾਂ ਨੂੰ ਆਪ ਕੁਝ ਨਹੀਂ ਪਤਾ ਲੱਗਦਾ। ਗੁਰੂ ਰਾਮਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਨੂੰ ਕਹਿਣਾ ਨਹੀਂ ਕੁਝ ਪੈਂਦਾ ਜੀ, ਆਪੇ ਹੀ ਕਰੀ ਜਾਂਦੇ ਜੀ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ। ਖੇਦ ਸਰੀਰ ਸੋ ਨਹੀਂ ਵਿਚਾਰਤ। ਫਿਰ ਦਿਨ ਰਾਤ ਹੀ ਸੇਵਾ 'ਚ ਲੱਗੇ ਆ। ਇਹ ਵੀ ਨਹੀਂ ਵਿਚਾਰ ਕਰਦੇ ਵੀ ਨੀਂਦ ਪੂਰੀ ਨਹੀਂ ਹੁੰਦੀ, ਸਰੀਰ ਨੂੰ ਕਸ਼ਟ ਹੁੰਦਾ ਹੈ। ਬੰਦਾ ਇਹ ਗੱਲਾਂ ਸੋਚਦਾ, ਪਰ ਇਹ ਵੀ ਗੱਲ ਨਹੀਂ ਸੋਚਦੇ। ਪ੍ਰੇਮਾ ਭਗਤ ਰਾਤ ਦਿਨ ਧਾਰਤ। ਬਸ ਦਿਨ ਰਾਤ ਪ੍ਰੇਮਾ ਭਗਤੀ ਧਾਰਨ ਕੀਤੀ ਹੋਈ ਜੀ। ਦਿਨ ਰਾਤ ਇੱਕੋ ਹੀ ਕੰਮ ਹੈ, ਉਹ ਹੈ ਗੁਰੂ ਦੀ ਸੇਵਾ। ਤੇ ਸੇਵਾ ਉਹੋ ਹੀ ਕਰਦਾ ਹੈ ਜਿਹਦੇ ਕੋਲੋਂ ਸਤਿਗੁਰੂ ਕਰਾ ਲੈਂਦੇ ਆ। ਮਹਾਰਾਜ ਬਾਣੀ 'ਚ ਕਹਿੰਦੇ, ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਹੈ। ਬੰਦਾ ਸੋਚਦਾ ਹੀ ਕਈ ਵਾਰੀ ਰਹਿ ਜਾਂਦਾ ਚ ਪਿਆਰਿਓ, ਸੇਵਾ ਕਰਨ ਦਾ ਸੁਭਾਗ ਨਹੀਂ ਮਿਲਦਾ ਜੀ। ਤੇ ਫਿਰ ਜਿਹਦੇ ਕੋਲੋਂ ਮਹਾਰਾਜ ਕਰਾ ਲੈਣ ਉਹੋ ਹੀ ਕਰਦਾ ਹੈ। ਹਾਂਜੀ। ਅਪਰ ਸੰਗ ਨਹੀਂ ਈਰਖਾ ਠਾਨੈ। ਹੋਰ ਦੂਜੇ ਨਾਲ ਈਰਖਾ ਵੀ ਨਹੀਂ ਕਰਦੇ। ਨਹੀਂ ਤੇ ਬੰਦਾ ਸੇਵਾ ਦਾ ਖਜ਼ਾਨਾ ਇਕੱਠਾ ਕਰਦਾ, ਪਰ ਜਦੋਂ ਦੂਜਿਆਂ ਨਾਲ ਈਰਖਾ ਕਰਦਾ ਉਹ ਖਾਲੀ ਹੋਈ ਜਾਂਦਾ ਜੀ। ਮਹਾਰਾਜ ਦੀ ਕਿਸੇ ਨਾਲ ਕੋਈ ਈਰਖਾ ਨਹੀਂ ਹੈਗੀ ਜੀ। ਕਰਹਿ ਟਹਿਲ ਸੁਖ ਮਹਿਲ ਪਰਮਾਨੈ ਹੈ। ਬਸ ਆਨੰਦ ਦੇ ਨਾਲ ਸੁਖ ਦੀ ਸਾਧ ਸੰਗਤ ਜੀ ਆਪਣੇ ਮਨੋ ਪ੍ਰੇਮ ਨਾਲ ਸੇਵਾ ਕਰਦੇ ਜੀ। ਸੁਖ ਦੀ ਪ੍ਰਾਪਤੀ ਹੋ ਰਹੀ ਜੀ ਉਹਨਾਂ ਨੂੰ। ਹਾਂਜੀ। ਖਨਹਿ ਮਿਰਤ ਕਾ ਸੀਸ ਉਠਾਵੈ, ਨਿਕਸ ਵਹਿਰ ਕੋ ਦੂਰ ਗਿਰਾਵੈ। ਕਈ ਦੇ ਨਾਲ ਮਿੱਟੀ ਪੁੱਟਦੇ ਆ, ਜੇ ਮਿੱਟੀ ਪੁੱਟਣ ਲੱਗਣ ਤੇ ਮਿੱਟੀ ਪੁੱਟੀ ਜਾਂਦੇ, ਕਈ ਵਾਈ ਜਾਂਦੇ ਆ, ਪਰ ਇਹ ਸਾਰਾ ਕੰਮ ਕਰਦਿਆਂ ਬਚਨ ਨਹੀਂ ਕਰਦੇ, ਕਿਸੇ ਨਾਲ ਸੇਵਾ ਹੀ ਕਰਦੇ ਆ। ਤੇ ਜੇ ਮਿੱਟੀ ਚੁੱਕਣ ਦਾ ਮੌਕਾ ਮਿਲਦਾ ਫਿਰ ਸਾਰੀ ਸਾਰੀ ਦਿਹਾੜੀ ਟੋਕਰੀ ਢੋਈ ਜਾਂਦੇ ਆ। ਕਦੀ ਕਿਤੇ ਸਰੋਵਰ ਦੀ ਸੇਵਾ ਹੋ ਰਹੀ ਹੋਵੇ ਜਾਂ ਫਿਰ ਕਿਸੇ ਗੁਰੂ ਘਰ ਦੀ ਸੇਵਾ ਹੋ ਰਹੀ ਹੋਵੇ, ਸਾਰੇ ਕੰਮ ਛੱਡ ਕੇ ਉੱਥੇ ਭਾਵੇਂ 2 ਟੋਕਰੀਆਂ ਹੀ ਢੋਵੋ ਜ਼ਰੂਰ ਜੀ, ਗੁਰੂ ਘਰ ਦੀ ਪੁਰਾਤਨ ਮਰਿਆਦਾ 'ਚ। ਹਾਂਜੀ। ਧੂਲ ਸਰੀਰ ਬਸਤਰ ਕੋ ਲੱਗ ਹੈ। ਸਰੀਰ ਵਾਹਿਗੁਰੂ ਜਿਹੜੇ ਕੱਪੜੇ ਆ ਉਹ ਧੂੜ ਨਾਲ ਭਰ ਜਾਂਦੇ ਆ। ਹਾਂਜੀ। ਹੋਇ ਮਨ ਭੰਗ ਨਾ ਪ੍ਰੇਮ ਸੋ ਜਾਗੈ। ਪਰ ਮਨ ਭੰਗ ਨਹੀਂ ਕਰਦੇ, ਹੋਰ ਪ੍ਰੇਮ ਨਾਲ ਸੇਵਾ ਕਰਦੇ ਜੀ, ਹੋਰ ਪ੍ਰੇਮ ਨਾਲ ਸੇਵਾ ਕਰਦੇ ਜੀ। ਹਾਂਜੀ। ਮਨ ਬਾਚ ਕ੍ਰਮ ਸੇਵਾ ਤੇ ਤਤਪਰ। ਮਨੋ ਤਨੋ ਬਚਨਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬੌਲੀ ਸਾਹਿਬ ਦੀ ਸੇਵਾ 'ਚ ਤਤਪਰ ਨੇ। ਜਦੋਂ ਜਾਣਾ ਬੌਲੀ ਸਾਹਿਬ 'ਚ ਭਾਵਨਾ ਨਾਲ ਇਸ਼ਨਾਨ ਕਰਿਆ ਕਰੋ ਪਿਆਰਿਓ। ਕਿਉਂ
ਕਿਉਂਕਿ ਇਹ ਉਹ ਬੋਲੀ ਹੈ ਜਦੋਂ ਤਿਆਰ ਹੋ ਰਹੀ ਸੀ ਗੁਰੂ ਰਾਮਦਾਸ ਸਾਹਿਬ ਇੱਥੇ ਮਿੱਟੀ ਪੁੱਟਦੇ ਰਹੇ ਹੈ। ਮਹਾਰਾਜ ਆਪਣੇ ਸੀਸ ਤੇ ਮਿੱਟੀ ਢੋਂਦੇ ਰਹੇ ਹੈ। ਹਾਂਜੀ। ਅਪਰ ਮਨੋਰਥ ਕੋ ਨਹਿ ਉਰ ਧਰ। ਹੋਰ ਕੋਈ ਮਨੋਰਥ ਹਿਰਦੇ ਚ ਧਾਰਦੇ ਹੀ ਨਹੀਂ ਮਹਾਰਾਜ। ਹਾਂਜੀ। ਸ਼੍ਰੀ ਗੁਰ ਪੂਰਨ ਅੰਤਰ ਜਾਮੀ। ਮਹਾਰਾਜ ਧੰਨ ਗੁਰੂ ਅਮਰਦਾਸ ਸਾਹਿਬ ਜਾਣਦੇ ਐ ਕੌਣ ਫਲ ਲੈਣ ਲਈ ਸੇਵਾ ਕਰ ਰਿਹਾ ਹੈ, ਕੌਣ ਸਾਡੀ ਖੁਸ਼ੀ ਪ੍ਰਾਪਤ ਕਰਨ ਲਈ ਸੇਵਾ ਕਰ ਰਿਹਾ ਹੈ। ਤਿਸ ਕੀ ਲਖਹਿ ਸੇਵ ਸਭ ਸੁਆਮੀ। ਮਹਾਰਾਜ ਰਾਮਦਾਸ ਜੀ ਦੀ ਵੀ ਸੇਵਾ ਸਾਰੇ ਜਾਣਦੇ ਵੀ ਉਹ ਕਿਵੇਂ ਸੇਵਾ ਕਰ ਰਹੇ ਹੈ। ਹਾਂਜੀ। ਔਰ ਪਰਪੱਕ ਪ੍ਰੇਮ ਕਰ ਰੂਰਾ। ਇਹ ਹਿਰਦਾ ਬੜਾ ਪਰਪੱਕ ਹੈ, ਮਨ ਚ ਬਹੁਤ ਪ੍ਰੇਮ ਹੈ ਇਹਨਾਂ ਦੇ। ਹਾਂਜੀ। ਸ਼ਰਧਾ ਸੁਮਤ ਸੰਗ ਪਰ ਪੂਰਾ। ਤੇ ਸ਼ਰਧਾ ਤੇ ਚੰਗੀ ਮਤ ਦੇ ਨਾਲ ਭਰੇ ਹੋਏ ਨੇ ਰਾਮਦਾਸ ਜੀ। ਮਹਾਰਾਜ ਜਾਣਦੇ ਹਨ। ਗੱਜ ਕੇ ਆਖੋ ਵਾਹਿਗੁਰੂ। ਗੱਜ ਕੇ। ਸੰਗਤ ਜੀ ਇੱਥੇ ਬੇਨਤੀ ਕਰਾਂ, ਕਈ ਵਾਰੀ ਇੰਨੇ ਗੁਣ ਇਕੱਠੇ ਬੰਦੇ ਵਿੱਚ ਨਹੀਂ ਮਿਲਦੇ ਜੀ। ਮਨ ਵੀ ਨਾ ਡੋਲਦਾ ਹੋਵੇ, ਹਿਰਦੇ 'ਚ ਪ੍ਰੇਮ ਵੀ ਪੂਰਾ ਹੋਵੇ, ਸ਼ਰਧਾ ਵੀ ਪੂਰੀ ਹੋਵੇ, ਗਿਆਨ ਵੀ ਪੂਰਾ ਹੋਵੇ, ਪਦਵੀ ਵੀ ਉੱਚੀ ਹੋਵੇ, ਨਿਮਰਤਾ ਵੀ ਪੂਰੀ ਹੋਵੇ। ਇੰਨੇ ਗੁਣ ਸਾਰਿਆਂ ਵਿੱਚ ਨਹੀਂ ਜੇ ਮਿਲਦੇ ਜੀ। ਪਦਵੀ ਉੱਚੀ ਹੋਵੇ, ਕਈ ਵਾਰੀ ਹਉਮੈ ਆ ਜਾਂਦੀ ਵੀ ਮੈਂ ਕਿਵੇਂ ਸੇਵਾ ਕਰਾਂ। ਹਿਰਦੇ 'ਚ ਪ੍ਰੇਮ ਹੋਵੇ, ਪਰ ਪਿਆਰਿਓ ਕਈ ਵਾਰੀ ਕੋਈ ਐਸਾ ਡੱਕਾ ਡੋਲਾ ਆਸੇ ਪਾਸਿਓਂ ਤਰਕਾਂ ਦਾ ਪੈ ਜਾਂਦਾ ਹੈ, ਬੰਦਾ ਡੋਲ ਜਾਂਦਾ ਹੈ। ਪਰ ਗੁਰੂ ਰਾਮਦਾਸ ਸਾਹਿਬ ਸ਼ਰਧਾ ਵੀ ਪੂਰੀ ਹੈ, ਪ੍ਰੇਮ ਵੀ ਪੂਰਾ ਹੈ, ਨਿਮਰਤਾ ਵੀ ਪੂਰੀ ਹੈ, ਚੰਗੀ ਮੱਤ ਵੀ ਪੂਰੀ ਹੈ। ਗੁਰੂ ਅਮਰਦਾਸ ਸਾਹਿਬ ਜਾਣਦੇ ਹੈ ਇਹ ਪ੍ਰੇਮ ਨਾਲ ਸਾਡੀ ਸੇਵਾ ਕਰ ਰਹੇ ਹੈ। ਹਾਂਜੀ। ਪਰਮ ਲਾਭ ਸੇਵਾ ਕਹੋ ਜਾਣੈ। ਪਰਮ ਲਾਭ ਸੇਵਾ ਵਿੱਚ ਜਾਣਦੇ ਹੈ। ਮਹਾਰਾਜ ਬਾਣੀ ਚ ਕਹਿੰਦੇ ਹੈ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨਾ ਲਹੀਐ। ਪਿਆਰਿਓ, ਰਾਜ ਭਾਗ ਤੇ ਬੈਠਾ ਹੋਇਆ ਰਾਜਾ, ਹੋ ਸਕਦਾ ਉਹਦੇ ਮਨ ਵਿੱਚ ਵੀ ਉਹ ਸੁੱਖ ਨਾ ਹੋਵੇ ਜਿਹੜਾ ਗੁਰੂ ਘਰ ਵਿੱਚ ਝਾੜੂ ਫੇਰ ਰਹੇ ਸੇਵਕ ਦੇ ਮਨ ਵਿੱਚ ਹੋਵੇ ਜੀ। ਹਾਂਜੀ। ਸ਼੍ਰੀ ਸਤਿਗੁਰ ਸਭ ਭੇਵ ਪਛਾਨੈ ਹੈ। ਮਹਾਰਾਜ ਗੁਰੂ ਅਮਰਦਾਸ ਸਾਹਿਬ ਰਾਮਦਾਸ ਜੀ ਦਾ ਸਾਰਾ ਭੇਦ ਜਾਣਦੇ ਹੈ। ਇਹ ਮਨੋ ਕਿਸ ਭਾਵ ਨਾਲ ਸੇਵਾ ਕਰ ਰਹੇ ਹੈ। ਹਾਂਜੀ। ਕਿਤਕ ਕਾਲ ਬੀਤਾ ਲਗ ਸੇਵਾ। ਹੁਣ ਇਸ ਤਰ੍ਹਾਂ ਕੁਝ ਸਮਾਂ ਲੰਘ ਗਿਆ। ਹਾਂਜੀ। ਲੇਸ਼ ਮਾਤਰ ਜਿਸ ਨਹਿ ਅਹਮ ਮੇਵਾ। ਸੇਵਾ ਕਰਦੇ ਲੇਸ਼ ਮਾਤਰ ਵੀ ਗੁਰੂ ਰਾਮਦਾਸ ਜੀ ਦੇ ਵਿੱਚ ਹੰਕਾਰ ਨਹੀਂ ਹੈ। ਗੱਜ ਕੇ ਆਖੋ ਵਾਹਿਗੁਰੂ। ਪਤਾ ਕੀ ਕਰਦੇ, ਦਿਨੇ ਤੇ ਸਾਰੇ ਚਾਅ ਨਾਲ ਸੇਵਾ ਕਰਦੇ ਆ। ਉਹ ਜਦੋਂ ਸ਼ਾਮ ਪੈ ਜਾਂਦੀ ਸੀ ਨਾ, ਰਹਿ ਰਸ ਸਾਹਿਬ ਦਾ ਸਮਾਂ ਹੋ ਜਾਂਦਾ ਸੀ, ਸਾਰੇ ਪਾਠ 'ਚ ਜੁਟ ਜਾਂਦੇ ਸਨ। ਰਾਮਦਾਸ ਜੀ ਨੇ ਵੀ ਪਾਠ ਕਰਨਾ, ਪਰ ਰਾਤ ਨੂੰ ਕਈਆਂ ਟੋਕਰੀਆਂ ਸਾਰੀਆਂ ਸਾਫ਼ ਕਰਕੇ, ਧੋਣ ਵਾਲੀਆਂ ਚੀਜ਼ਾਂ ਧੋ ਕੇ, ਕੱਪੜੇ ਨਾਲ ਸਾਫ਼ ਹੋਣ ਵਾਲੀਆਂ ਚੀਜ਼ਾਂ ਕੱਪੜਿਆਂ ਨਾਲ ਸਾਫ਼ ਕਰਕੇ ਟਿਕਾਣੇ ਰੱਖ ਦੇਣੀਆਂ। ਜਦੋਂ ਦਿਨੇ ਸੰਗਤ ਨੇ ਸੇਵਾ ਆਰੰਭ ਕਰਨੀ ਹੈ, ਸਾਰਿਆਂ ਨੂੰ ਵਸਤੂਆਂ ਤਿਆਰ ਮਿਲਣ ਜੀ। ਤੇ ਬੇਨਤੀ ਧਿਆਨ ਨਾਲ ਸੁਣਿਓ, ਕਈ ਪ੍ਰੇਮੀ ਉਂਝ ਹੀ ਸੇਵਾ ਕਰਦੇ ਆ, ਉਹ ਵੀ ਭਲੇ ਆ, ਕਈ ਜ਼ਿੰਮੇਵਾਰੀ ਨਾਲ ਸੇਵਾ ਕਰਦੇ ਆ। ਗੁਰੂ ਰਾਮਦਾਸ ਸਾਹਿਬ ਪ੍ਰੇਮ ਨਾਲ ਵੀ ਸੇਵਾ ਕਰਦੇ ਆ, ਜ਼ਿੰਮੇਵਾਰੀ ਨਾਲ ਵੀ ਸੇਵਾ ਕਰਦੇ ਆ। ਪਦਵੀ ਗੁਰੂ ਘਰ ਵਿੱਚ ਬਹੁਤ ਵੱਡੀ, ਕਿਤੇ ਮਾੜੇ ਮੋਟੇ ਲੀਡਰ ਦਾ ਕੋਈ ਜਵਾਈ ਹੋਵੇ ਉਹਦਾ ਹੀ ਨਹੀਂ ਮਾਣ ਮੁੱਕਦਾ। ਗੁਰੂ ਅਮਰਦਾਸ ਜੀ ਦੇ ਜਵਾਈ ਹਨ, ਪਰ ਸੰਗਤ ਨਾਲ ਰਲ ਕੇ ਟੋਕਰੀਆਂ ਢੋ ਰਹੇ ਐ। ਗੱਜ ਕੇ ਕਹੋ ਧੰਨ ਗੁਰੂ ਰਾਮਦਾਸ ਸਾਹਿਬ ਜੀ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਮਹਾਰਾਜ ਪ੍ਰੇਮੀਆਂ ਨਾਲ ਰਲ ਕੇ ਟੋਕਰੀਆਂ ਢੋ ਰਹੇ ਐ। ਹਾਂਜੀ। ਲਵਪੁਰ ਸੰਗ ਜਾਤ ਗਨ ਗੰਗਾ। ਹਾਂਜੀ।
ਆਏ ਕੀਓ ਡੇਰਾ ਥਲ ਚੰਗਾ ਹਾਂਜੀ। ਹੈਸਨ ਬੰਦੇ ਹੈ ਤਿਨ ਮਾਹੇ ਰਾਮਦਾਸ ਕੇ ਮੇਲੀ ਆਹੇ। ਹੁਣ ਬਹੁਤ ਸੰਗਤਾਂ ਨੇ, ਬੜੀ ਸੇਵਾ ਹੋ ਰਹੀ ਹੈ। ਲਾਹੌਰ ਤੋਂ ਗੁਰੂ ਰਾਮਦਾਸ ਜੀ ਦੇ ਕੁਝ ਰਿਸ਼ਤੇਦਾਰ ਹਰਿਦੁਆਰ ਜਾ ਰਹੇ ਸਨ। ਰਸਤੇ ਵਿੱਚ ਉਹ ਗੋਇੰਦਵਾਲ ਸਾਹਿਬ ਰੁਕੇ ਜੀ। ਕਿਉਂ ਰੁਕੇ? ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇੱਥੇ ਸਾਡੇ ਨਗਰ ਦਾ ਬੱਚਾ ਗੁਰੂ ਘਰ ਦਾ ਜਵਾਈ ਹੈ। ਹਾਂਜੀ। ਕੋ ਗਿਆਤੀ ਭਰਾਤਾ ਹੈ ਕੋਈ ਮਹਾਰਾਜ ਦਾ ਸ਼ਰੀਕੇ ਚਾਰੀ ਚ ਭਰਾ ਵੀ ਲੱਗਦਾ ਸੀਗਾ। ਹਾਂਜੀ। ਸੋਡ ਬੰਸ ਕੇ ਨਰ ਬਰਸੇਈ। ਸੋਢੀਆਂ ਦੇ ਬੰਦੇ ਨੇ, ਸੋਢੀਆਂ ਦੇ ਲੋਕ, ਕੁੱਲ ਦੇ ਲੋਕ। ਹਾਂਜੀ। ਕੇਤਿਕ ਤਿਨ ਮੈਂ ਸਖਾ ਸਬੈਸ। ਕਈ ਮਹਾਰਾਜ ਗੁਰੂ ਰਾਮਦਾਸ ਜੀ ਦੇ ਹਮ ਉਮਰ ਵੀ ਸਨ ਜੀ। ਹਾਂਜੀ। ਕੇਤਿਕ ਪ੍ਰਥਮ ਪਰੋਸੀ ਹੈ। ਤੇ ਕਈ ਉਹਨਾਂ ਦੇ ਪੁਰਾਣੇ ਗਵਾਂਢੀ ਸਨ, ਜਾਣਦੇ ਸਾਰੇ ਹੀ ਸਨ ਜੀ। ਕੋਈ ਗਵਾਂਢੀ ਹੈ, ਕੋਈ ਹਮ ਉਮਰ ਮਿੱਤਰ ਹੈ, ਕੋਈ ਰਿਸ਼ਤੇਦਾਰੀ ਚ ਭਰਾ ਲੱਗਦਾ ਹੈ। ਹਾਂਜੀ। ਕੇਤਿਕ ਬ੍ਰਿਧ ਅਹ ਹਿਤਕਾਰੀ। ਕਈ ਉਹਨਾਂ ਵਿੱਚ ਬਜ਼ੁਰਗ ਵੀ ਸਨ ਜੀ। ਹਾਂਜੀ। ਪੇਖਣ ਮਾਤਰ ਹੀ ਕਿਨਕ ਚਿਨਾਰੀ। ਕਈਆਂ ਦੀ ਤੇ ਵੇਖਣ ਸਾਰੀ ਉਹਨਾਂ ਨੂੰ ਪਤਾ ਲੱਗ ਜਾਣਾ ਸੀ ਵੀ ਇਹ ਰਾਮਦਾਸ ਹੈ। ਹਾਂਜੀ। ਤਾਊ ਚਾਚੇ ਕਿਤਕ ਕੁਲ ਮਹਿ ਕੇ। ਕੋਈ ਮਹਾਰਾਜ ਦੀ ਕੁੱਲ ਚੋਂ ਚਾਚਾ ਲੱਗਦਾ ਸੀ, ਕੋਈ ਮਹਾਰਾਜ ਦੀ ਕੁੱਲ ਚੋਂ ਤਾਇਆ ਲੱਗਦਾ ਸੀਗਾ। ਸਭ ਮਿਲਬੇ ਹਿਤ ਆਏ ਸੋ ਚਹਿ ਕੇ। ਸਾਰੇ ਸੋਚਦੇ ਐ ਵੀ ਹਰਿਦੁਆਰ ਤੇ ਜਾਣਾ ਹੀ ਹੈ, ਤੇ ਰਸਤੇ 'ਚ ਗੋਇੰਦਵਾਲ ਸਾਹਿਬ ਰਾਮਦਾਸ ਜੀ ਨੂੰ ਮਿਲ ਕੇ ਜਾਵਾਂਗੇ। ਹਾਂਜੀ। ਦਿਜ ਕੇਤਿਕ ਪ੍ਰੋਹਤ ਤੇ ਆਦ। ਕਈ ਉੱਥੋਂ ਦੇ ਬ੍ਰਾਹਮਣ ਨੇ, ਪੰਡਤ ਹਨ, ਉਹ ਵੀ ਨਾਲ ਹਨ। ਛਤਰੀ ਕਿਤਕ ਪਿਖਨ ਅਹਲਾਦ। ਕਈ ਖੱਤਰੀ ਨੇ, ਉਹ ਵੀ ਨਾਲ ਤੁਰੇ ਹੋਏ ਹਨ। ਹਾਂਜੀ। ਵੈਸ਼ ਸ਼ੂਦਰ ਜੇ ਨਿਕਟ ਬਸੰਤੇ ਜਿਨ ਸੋ ਬੋਲਤ ਬਸ ਬਰਤੰਤੇ। ਵੈਸ਼ ਸ਼ੂਦਰ ਬਹੁਤ ਸਾਰੇ ਲੋਕ ਸਨ ਜਿਹੜੇ ਇਕੱਠੇ ਗੰਗਾ ਜੀ ਦੇ ਯਾਤਰਾ ਕਰਨ ਜਾ ਰਹੇ ਸਨ ਜੀ, ਹਰਿਦੁਆਰ ਜਾ ਰਹੇ ਸਨ। ਹਾਂਜੀ। ਕਾਹਤ ਪਰਸਪਰ ਮਿਲ ਕੈ ਬ੍ਰਿੰਦ ਇਹਾਂ ਬਸ ਹੈ ਹਰ ਦਾਸ ਸੋਨੰਦ। ਤੇ ਉਹ ਜਦੋਂ ਲੰਘ ਰਹੇ ਸਨ ਗੋਇੰਦਵਾਲ ਸਾਹਿਬ ਆਏ, ਕਹਿੰਦੇ ਇੱਥੇ ਰੁਕ ਕੇ ਜਾਂਦੇ ਆ, ਇੱਥੇ ਆਪਣੇ ਹਰਦਾਸ ਦਾ ਜਿਹੜਾ ਪੁੱਤਰ ਹੈ। ਹਾਂਜੀ। ਸ਼੍ਰੀ ਗੁਰ ਅਮਰਲੀਨ ਗੁਰ ਆਈ ਨਗਰੀ ਗੋਇੰਦਵਾਲ ਬਸਾਈ। ਉਹਨਾਂ ਦਾ ਪੁੱਤਰ ਹੈ ਰਾਮਦਾਸ, ਤੇ ਰਾਮਦਾਸ ਜੀ ਦੇ ਜਿਹੜੇ ਸਹੁਰਾ ਜੀ ਨੇ ਉਹ ਗੁਰੂ ਅਮਰਦਾਸ ਜੀ ਹਨ, ਜਿਹੜੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਤੇ ਵਸਦੇ ਆ, ਤੇ ਇਹ ਨਗਰ ਉਹਨਾਂ ਨੇ ਹੀ ਵਸਾਇਆ ਹੈ। ਤੇ ਜਦੋਂ ਆਪਾਂ ਜਵਾਈ ਭਾਈ ਵਾਲੇ ਪਾਸਿਓ ਜਾਵਾਂਗੇ ਸਾਡੀ ਇੱਜ਼ਤ ਹੋਵੇਗੀ। ਤੁਹਾਨੂੰ ਪਤਾ ਹੈ ਵੀ ਜਵਾਈਆਂ ਭਾਈਆਂ ਨਾਲ ਜਦੋਂ ਬੰਦਾ ਜਾਂਦਾ ਉਹਦਾ ਸਤਿਕਾਰ ਵੱਧ ਹੁੰਦਾ ਹੈ। ਹਾਂਜੀ। ਗੁਰ ਕੇ ਹਵੈ ਅਲੰਬ ਸੁਖ ਲਹਿਓ। ਸਾਨੂੰ ਪਤਾ ਲੱਗਾ ਵੀ ਰਾਮਦਾਸ ਗੁਰੂ ਸਾਹਿਬ ਦੇ ਕੋਲ ਹੀ ਰਹਿੰਦੇ ਆ। ਹਾਂਜੀ। ਘਰ ਸਸੁਰਾਲ ਆਨ ਸੋ ਰਹਿਓ। ਸਹੁਰੇ ਘਰ ਵਿੱਚ ਆ ਕੇ ਰਹਿੰਦੇ ਆ। ਹਾਂਜੀ। ਬੜੋ ਭਰਾਤ ਇਨ ਕੋ ਸੰਹਾਰੀ। ਵੱਡਾ ਭਰਾ ਹੈ, ਉਹਦਾ ਨਾਮ ਸੰਹਾਰੀ ਮੱਲ ਹੈ ਰਿਸ਼ਤੇਦਾਰੀ ਵਿੱਚ। ਪਿਤ ਸਥਾਨ ਲਵਪੁਰ ਮੰਝਾਰੀ। ਤੇ ਉਹ ਹੁਣ ਲਾਹੌਰ ਵਿੱਚ, ਇਹ ਗੋਇੰਦਵਾਲ ਵਿੱਚ ਹਨ। ਹਾਂਜੀ। ਆਪਣੇ ਸਗਰੇ ਸਦਨ ਸੰਭਾਰੇ ਰਹਿਓ ਸੋ ਦ੍ਰਿੜ ਤਿਆਗਨ ਮਝਾਰੇ। ਇਤਿਆਦਿਕ ਕੈ ਆਪਸ ਮਹੀਆ। ਇਸ ਤਰੀਕੇ ਨਾਲ ਲੋਕ ਗੱਲਾਂ ਕਰਨ ਦੇ ਆ ਜੀ। ਉਹਦੇ 'ਚ ਗੁਰੂ ਰਾਮਦਾਸ ਜੀ ਦੇ ਹਮ ਉਮਰ ਨੇ, ਕੋਈ ਰਿਸ਼ਤੇਦਾਰੀ 'ਚ ਭਰਾ, ਕੋਈ ਚਾਚਾ, ਕੋਈ ਤਾਇਆ, ਕੋਈ ਬਜ਼ੁਰਗ ਹੈ, ਕੋਈ ਗਵਾਂਢੀ ਹੈ, ਬੜੇ ਲੋਕ ਇਕੱਠੇ ਹੋ ਕੇ ਆਏ ਹੈ। ਸਨੈ ਸਨੈ ਆਵਤ ਭੇਤਹੀਆ। ਹੌਲੀ ਹੌਲੀ ਚਲਦਿਆਂ ਉਹ ਉਸ ਪਾਸੇ ਆ ਗਏ ਜਹਾਂ ਕਾਰ ਬਾਪੀ ਸੋ ਕਮਾਵੈ ਹੈ। ਜਿੱਥੇ ਸਾਰੀਆਂ ਸੰਗਤਾਂ ਬੌਲੀ ਸਾਹਿਬ ਵਾਸਤੇ ਮਿੱਟੀ ਪੁੱਟ ਰਹੀਆਂ ਸਨ ਜੀ। ਹਾਂਜੀ। ਧਰੇ ਟੋਕਰੀ ਸਿਰ ਪਰ ਆਵੈ ਹੈ। ਕੋਈ ਆ ਰਿਹਾ, ਕੋਈ ਜਾ ਰਿਹਾ, ਟੋਕਰੀਆਂ ਰੱਖੀਆਂ, ਮਿੱਟੀ ਪੁੱਟ ਰਹੀਆਂ ਨੇ ਸੰਗਤਾਂ। ਹਾਂਜੀ। ਸਭਨ ਬਿਲੋਕਿਓ ਸਨਮੁਖ ਆਵਤ ਸਿਰ ਤੇ ਮਿਰਤਕਾ ਤਹਾਂ ਗਿਰਾਵਤ। ਤੇ ਫਿਰ ਕੀ ਹੋਇਆ ਜੀ? ਮਹਾਰਾਜ ਗੁਰੂ ਰਾਮਦਾਸ ਸਾਹਿਬ ਸਿਰ ਤੇ ਟੋਕਰੀ ਚੁੱਕੀ ਹੈ ਤੇ ਲੰਘ ਰਹੇ ਆ ਜੀ।
ਮਿੱਟੀ ਕੁਝ ਦਾੜੇ ਵਿੱਚ ਲੱਗੀ ਹੋਈ ਹੈ, ਤਨ ਦੇ ਕੱਪੜੇ ਮੈਲੇ ਹਨ, ਸਿਰ ਤੇ ਟੋਕਰੀ ਹੈ, ਹਿਰਦਾ ਗੁਰੂ ਅਮਰਦਾਸ ਜੀ ਦੇ ਪਿਆਰ ਨਾਲ ਲਬਾ ਲੱਭ ਹੈ, ਚਿਹਰੇ ਤੇ ਨੂਰ ਪ੍ਰਕਾਸ਼ ਰਿਹਾ ਹੈ। ਤੇ ਸਾਹਮਣੇ ਆਉਂਦਿਆਂ ਲਾਹੌਰੀਆਂ ਨੂੰ ਵੇਖਿਆ ਜੀ। ਹਾਂਜੀ, ਪਿੱਖ ਸਭ ਕਿਉ ਸਨਮੁਖ ਹੋਏ ਕਰਕੇ ਉਹਨਾਂ ਤੇ ਨਹੀਂ ਪਛਾਣਿਆ ਵੀ ਕੌਣ ਹੈ, ਪਰ ਗੁਰੂ ਰਾਮਦਾਸ ਸਾਹਿਬ ਪਛਾਣ ਗਏ ਜੀ ਵੀ ਇਹ ਸਾਡੇ ਰਿਸ਼ਤੇਦਾਰ ਨੇ। ਹਾਂਜੀ, ਰਾਮ ਰਾਮ ਤਿਨ ਸਾਥ ਉਚਰਕੈ ਉਹਨਾਂ ਨੂੰ ਰਾਮ ਰਾਮ ਕਿਹਾ ਜੀ। ਉਦੋਂ ਜਿਹੜਾ ਵੀ ਸ਼ਬਦ ਚੱਲਦਾ ਸੀਗਾ। ਹਾਂਜੀ, ਪੈਰੀ ਪਵਣਾ ਕਹਿ ਕਿਹ ਸੰਗ ਬਜ਼ੁਰਗਾਂ ਨੂੰ ਪੈਰੀ ਪੈਂਦਾ ਹਾਂ ਜੀ, ਇਸ ਤਰ੍ਹਾਂ ਆਖਿਆ, ਸਿਰ ਤੇ ਟੋਕਰੀ ਚੁੱਕੀ ਹੈ, ਗਾਹੇ ਟੋਕਰੀ ਖਰੋ ਸੰਗ ਟੋਕਰੀ ਫੜੀ ਹੈ, ਤੁਰੇ ਜਾਂਦੇ ਇੱਕਦਮ ਖਲੋਗੇ, ਆਪਣੇ ਵੱਡੇ ਮਿੱਤਰਾਂ ਰਿਸ਼ਤੇਦਾਰਾਂ ਨੂੰ ਮਿਲੇ, ਲਾਹੌਰੀਆਂ ਨੂੰ। ਹਾਂਜੀ, ਹੋਤੇ ਜੋ ਬ੍ਰਿਧ ਬਿਲੋਕ ਰਿਸਾਨੇ ਹਾਂਜੀ। ਕੇਤਿਕ ਦੇਖ ਦਸ਼ਾ ਮੁਸਕਾਨੇ ਉਹਨਾਂ ਵਿੱਚੋਂ ਬਜ਼ੁਰਗ ਪਹਿਚਾਣ ਗਏ ਵੀ ਇਹ ਰਾਮਦਾਸ ਹਨ। ਗੱਜ ਕੇ ਆਖੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਪਰ ਉਹਨਾਂ ਨੂੰ ਗੁੱਸਾ ਬੜਾ ਚੜਿਆ ਜੀ। ਗੁੱਸਾ ਇਸ ਕਰਕੇ ਚੜਿਆ, ਸਾਡੀ ਕੁੱਲ ਹੈ, ਸਾਡੀ ਕੁੱਲ ਦਾ ਬੱਚਾ ਹੈ, ਜਵਾਈ ਭਾਈ ਬਣਿਆ, ਸਹੁਰਿਆਂ ਦੇ ਘਰ ਆ ਕੇ ਕੀ ਕਰ ਰਿਹਾ? ਕਿਉਂ? ਉਹਨਾਂ ਨੂੰ ਸਹੁਰਾ ਘਰ ਵੇਖਦਾ, ਗੁਰੂ ਰਾਮਦਾਸ ਜੀ ਨੂੰ ਗੁਰੂ ਨਾਨਕ ਦਾ ਦਰ ਵੇਖਦਾ ਹੈ ਜੀ। ਬੜਾ ਫਰਕ ਹੈ ਨਾ। ਹਾਂਜੀ, ਧੂਲ ਸੰਗ ਸ਼ਾਦਤ ਸਰਬੰਗਾ ਉਹਨਾਂ ਵੇਖਣ ਦੇ ਹੈ, ਸਾਰੇ ਕੱਪੜੇ ਮਹਾਰਾਜ ਦੇ ਸਤਿਗੁਰਾਂ ਦੇ ਧੂੜ ਨਾਲ ਭਰੇ ਹੋਏ ਹਨ। ਬਸਤਰ ਮਲੀਨ ਕੁਢੰਗ ਕੁਰੰਗਾ ਮੈਲੇ ਦੇ ਕੱਪੜੇ ਪਾਏ ਐ, ਮੁਖ ਦਾ ਜਿਹੜਾ ਰੰਗ ਹੈ ਉਹ ਹੋਰ ਤਰ੍ਹਾਂ ਦਾ ਹੋਇਆ। ਉਹਨਾਂ ਨੂੰ ਕੀ ਵੇਖਦਾ? ਨਾਮ ਦਾ ਨੂਰ ਡਲਕਾ ਮਾਰਦਾ ਹੈ। ਹਾਂਜੀ, ਕਹਿਓ ਸਭਨ ਕੁਲ ਲੱਜਿਆ ਖੋਈ। ਉਹਨਾਂ ਨੂੰ ਇਹ ਨਹੀਂ ਨਾ ਵੇਖਦਾ ਵੀ ਨਾਮ ਦਾ ਨੂਰ ਹੈ, ਹਿਰਦੇ 'ਚ ਪ੍ਰੇਮ ਹੈ। ਉਹ ਫਿਰ ਮਹਾਰਾਜ ਨੂੰ ਬੁਰੇ ਬੋਲ ਬੋਲਣ ਲੱਗੇ ਜੀ। ਕਹਿਓ ਸਭਨ ਕੁਲ ਲੱਜਿਆ ਖੋਈ, ਕਹਿੰਦੇ ਤੁਸੀਂ ਤੇ ਆਪਣੀ ਕੁੱਲ ਨੂੰ ਹੀ ਲਾਜ ਲਾ ਦਿੱਤੀ। ਹਾਂਜੀ, ਘਰ ਸਸੁਰਾਲ ਮਿਰਤਕਾ ਢੋਈ ਸਹੁਰਿਆਂ ਦੇ ਘਰ ਵਿੱਚ ਆ ਕੇ ਮਿੱਟੀ ਢੋ ਰਹੇ ਹੋ। ਹਾਂਜੀ, ਜਨਮਿਓ ਭਲੋ ਸੋਢੀਨ ਬੰਸ ਉਹ ਇੰਨੀ ਉੱਚੀ ਸੋਢੀ ਕੁੱਲ ਵਿੱਚ ਤੁਹਾਡਾ ਜਨਮ ਹੋਇਆ, ਰਾਖੀ ਨਹੀਂ ਲਾਜ ਕੀ ਅੰਸ। ਤੁਸੀਂ ਆਪਣੀ ਸੋਢੀ ਕੁੱਲ ਦੀ ਵਿਚਾਰ ਕਰ ਲੈਂਦੇ। ਸਹੁਰਿਆਂ ਦੇ ਘਰ ਵਿੱਚ ਆ ਕੇ ਟੋਕਰੀ ਢੋ ਰਹੇ ਹੋ। ਇਸ ਤੇ ਪਰੈ ਕਰੈ ਕਿਆ ਹੀਨੀ। ਇਹਦੇ ਤੋਂ ਵੱਧ ਮਾੜਾ ਕੰਮ ਕੀ ਹੋਏਗਾ? ਹਾਂਜੀ, ਛਤਰੀ ਕੌਣ ਕਰੈ ਜਮਕੀਨੀ। ਕੋਈ ਛਤਰੀ ਵੀ ਇਸ ਤਰ੍ਹਾਂ ਦਾ ਕੰਮ ਕਰਦਾ ਹੈ ਜਿਵੇਂ ਤੁਸੀਂ ਕਰ ਰਹੇ ਹੋ। ਹਾਂਜੀ, ਹੇਤ ਜੀਵਕਾ ਅਨਕ ਉਪਾਏ। ਉਹ ਜੇ ਨਹੀਂ ਸੀ ਮਾਇਆ ਤੇ ਕੋਈ ਹੋਰ ਕੰਮ ਕਰ ਲੈਂਦੇ। ਗੱਜ ਕੇ ਆਖੋ ਵਾਹਿਗੁਰੂ। ਵੇਖੋ ਉਹਨਾਂ ਤੇ ਬੜੇ ਹੀ ਬੁਰੇ ਬੋਲ ਬੋਲੇ ਜੀ। ਤੇ ਸੱਚੀ ਗੱਲ ਇਹ ਹੈ, ਜਦੋਂ ਉਹ ਬੋਲ ਸੁਣੀ ਤੇ ਉਹ ਬੋਲ ਹਿਰਦੇ ਨੂੰ ਚੀਰਦੇ ਆ। ਇੱਕ ਬੰਦਾ ਸੇਵਾ ਕਰ ਰਿਹਾ ਹੈ ਔਰ ਉਹਦੀ ਅਵਸਥਾ ਵੱਡੀ ਹੈ, ਇਹਨਾਂ ਨੂੰ ਨਹੀਂ ਪਤਾ, ਕਿਸੇ ਨੇ ਆਸ਼ੀਰਵਾਦ ਨਹੀਂ ਦਿੱਤਾ, ਉਲਟਾ ਬੁਰੇ ਬੋਲ ਬੋਲਣ ਲੱਗ ਪਏ ਜੀ। ਹਾਂਜੀ, ਸ਼ੁਭ ਮਤਵੰਤ ਕਰਤ ਸਮੁਦਾਏ ਕਰਤ ਜੇ ਇਹੀ ਸਮਾਨ ਹਮਾਰੀ ਚਲਤ ਜੀਵਕਾ ਅਨਕ ਪ੍ਰਕਾਰੀ। ਬਹੁਤ ਬੁਰਾ ਭਲਾ ਬੋਲੇ ਜੀ, ਬਹੁਤ ਬੁਰਾ ਭਲਾ ਬੋਲੇ। ਤੇ ਪਿਆਰਿਓ, ਕਰਦਿਆਂ ਕਰਦਿਆਂ ਕਹਿਣ ਲੱਗੇ ਇਹਨਾਂ ਨਾਲ ਕੀ ਗੱਲ ਕਰਨੀ, ਗੁਰੂ ਅਮਰਦਾਸ ਜੀ ਨਾਲ ਗੱਲ ਕਰਦੇ ਆ। ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਨਾਲ ਗੱਲ ਕਰਦੇ ਆ, ਆਪੇ ਉਹ ਸੁਣਨਗੇ ਗੱਲ ਸਾਡੀ ਵੀ ਇਹ ਕੀ ਹੋ ਰਿਹਾ ਇੱਥੇ। ਤੁਹਾਡਾ ਜਵਾਈ ਹੈ, ਤੁਸੀਂ ਜਵਾਈ ਕੋਲੋਂ ਮਿੱਟੀ ਢਵਾ ਰਹੇ ਹੋ। ਇਹ ਸਾਰਾ ਕੁਝ ਸਾਧ ਸੰਗਤ ਜੀ ਵਿਚਾਰ ਬਣਾ ਕੇ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਚੱਲੇ। ਗੁਰੂ ਰਾਮਦਾਸ ਸਾਹਿਬ ਮੁਸਕਰਾਉਂਦੇ ਆ, ਮੁਸਕਰਾਉਂਦੇ ਆ ਵੀ ਇਹਨਾਂ ਨੂੰ ਪਤਾ ਹੀ ਨਹੀਂ ਹੈ। ਇਹ ਕਹਿੰਦੇ ਸਹੁਰਾ ਘਰ ਹੈ, ਸਹੁਰਾ ਘਰ ਨਹੀਂ ਹੈ, ਇਹ ਗੁਰੂ ਨਾਨਕ ਦਾ ਦਰ ਹੈ, ਦਰ ਹੈ। ਕਹਿਓ ਸਭਨ ਸੋ ਜਾਣਤ ਨਾ ਹਨ, ਸ਼੍ਰੀ ਸਤਿਗੁਰ ਮਹਿਮਾ ਦੁਖ ਦਾ ਹਨ। ਇਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਸਮਝ ਨਹੀਂ ਸਕੇ, ਇਹ ਮੇਰਾ ਸਹੁਰਾ ਸਮਝਦੇ ਆ।
ਉਹ ਮੇਰੇ ਸਹੁਰੇ ਨਹੀਂ ਹਨ, ਉਹ ਤੇ ਸਾਰਿਆਂ ਦਾ ਦੁੱਖ ਦੂਰ ਕਰਨ ਵਾਲੇ ਹਨ। ਗੱਜ ਕੇ ਆਖੋ ਵਾਹਿਗੁਰੂ। ਤੇ ਪਿਆਰਿਓ ਬਹੁਤ ਬੁਰਾ ਬੋਲਣ ਦੇ ਆ, ਉਹ ਬਹੁਤ ਬੁਰਾ ਬੋਲਣ ਦੇ ਆ। ਹਾਂਜੀ। ਅਹੰਕਾਰ ਕੇ ਸਹਿਤ ਵਿਸਾਲੇ, ਪਦ ਪੰਕਜ ਪਰ ਧਰਿਓ ਸਨਭਾਲੇ। ਉਹ ਮਹਾਰਾਜ ਗੁਰੂ ਅਮਰਦਾਸ ਜੀ ਨੂੰ ਸ਼ਿਕਾਇਤ ਲਾਉਣ ਗਏ, ਨਾਲੇ ਮਿਹਣਾ ਦੇਣ ਗਏ। ਸੋਢੀਆਂ ਨੂੰ ਇੰਨਾ ਮਾਣ ਹੋਇਆ, ਉਹਨਾਂ ਗੁਰੂ ਅਮਰਦਾਸ ਜੀ ਨੂੰ ਮੱਥਾ ਨਹੀਂ ਟੇਕਿਆ ਜਾ ਕੇ ਜੀ, ਕੋਈ ਸਿਰ ਨਹੀਂ ਨਿਵਾਇਆ। ਹਾਂਜੀ। ਲਖੇ ਸਾਕ ਇਹ ਕੁੜਮ ਹਮਾਰੇ। ਉਹ ਇਹੋ ਹੀ ਸਮਝਦੇ ਆ ਕੁੜਮ ਹੈ ਸਾਡਾ, ਇਹ ਨਹੀਂ ਪਤਾ ਦੀਨ ਦੁਨੀਆ ਦੇ ਮਾਲਕ ਆਪ ਪਰਮੇਸ਼ਰ ਹਨ। ਇਹ ਇੱਥੋਂ ਹੀ ਬਸ ਭੁਲੇਖਾ ਪੈਂਦਾ ਜੇ। ਤਿੰਨ ਬੰਦੇ ਲਾਭ ਨਹੀਂ ਲੈ ਸਕਦੇ, ਭਾਵੇਂ ਕਿੰਨਾ ਵੱਡਾ ਸੰਤ ਹੋਵੇ, ਮਹਾਂਪੁਰਖ ਹੋਵੇ, ਗੁਰੂ ਹੋਵੇ। ਉਹ ਕਿਹੜੇ? ਇੱਕ ਤੇ ਬਚਪਨ ਵਿੱਚ ਖੇਡ ਰਹੇ ਜਿਹੜੇ ਮਿੱਤਰ ਹੁੰਦੇ ਆ ਨਾ, ਨਾਲ ਖੇਡਦੇ, ਉਹ ਲਾਭ ਨਹੀਂ ਲੈਂਦੇ। ਉਹ ਕਹਿੰਦੇ ਫਿਰ ਕੀ ਹੋਇਆ ਜੇ ਇੰਨਾ ਵੱਡਾ ਬਣ ਗਿਆ, ਕੱਲ ਤੱਕ ਤੇ ਸਾਡੇ ਨਾਲ ਹੀ ਖੇਡਦਾ ਰਿਹਾ ਨਾ। ਉਹਨਾਂ ਦੀ ਸ਼ਰਧਾ ਨਹੀਂ ਵੱਜਦੀ। ਇੱਕ ਰਿਸ਼ਤੇਦਾਰਾਂ ਦੀ ਸ਼ਰਧਾ ਨਹੀਂ ਵੱਜਦੀ, ਉਹ ਵੀ ਆਪਣਾ ਰਿਸ਼ਤੇਦਾਰ ਹੀ ਸਮਝਦੇ ਆ। ਇੱਕ ਉਹ ਲੋਕ ਨਹੀਂ ਲਾਭ ਲੈਂਦੇ ਜਿਹੜੇ ਰਹਿੰਦੇ ਤੇ ਕੋਲ ਨੇ ਪਰ ਕਰਦੇ ਈਰਖਾ ਨੇ, ਉਹ ਵੀ ਲਾਭ ਨਹੀਂ ਲੈਂਦੇ ਜੀ। ਹੜੋ ਗੁਰੂ ਅਮਰਦਾਸ ਜੀ ਨੂੰ ਆਪਣਾ ਸਮਝਦੇ ਆ ਕੁੜਮ। ਹਾਂਜੀ। ਲਘੂ ਥਾਨ ਇਮਰਿਦੇ ਵਿਚਾਰੇ। ਨਾਲੇ ਕਹਿੰਦੇ ਅਸੀਂ ਲੜਕੇ ਵਾਲੇ, ਲੜਕੀ ਵਾਲੇ ਆ। ਹਾਂਜੀ। ਨਹਿ ਮੰਦਨ ਮਹਿਮਾ ਕੁਛ ਜਾਨੀ। ਪਰ ਕਵੀ ਸੰਤੋਖ ਸਿੰਘ ਕਹਿੰਦੇ ਉਹ ਮੂਰਖ ਆ ਕੇ ਮੱਥਾ ਨਹੀਂ ਟੇਕਿਆ, ਉਹਨਾਂ ਗੁਰੂ ਅਮਰਦਾਸ ਜੀ ਦੀ ਮਹਿਮਾ ਜਾਣੀ ਨਹੀਂ ਅਸਲ ਵਿੱਚ। ਹਾਂਜੀ। ਬੈਠੇ ਰਾਮ ਰਾਮ ਕਹਿਬਾਨੀ। ਰਾਮ ਰਾਮ ਜੀ ਏਦਾਂ ਕਹਿ ਕੇ ਬਹਿ ਗਏ ਮਹਾਰਾਜ ਦੇ ਹਜ਼ੂਰ। ਹਾਂਜੀ। ਮਿਰਜਾਦਿਕ ਸ਼੍ਰੀ ਅਮਰ ਮਹਾਨੇ, ਹਿਤ ਮਰਿਆਦ ਕੀਨ ਸਨਮਾਨੇ। ਮਹਾਰਾਜ ਗੁਰੂ ਅਮਰਦਾਸ ਸਾਹਿਬ ਮਰਜ਼ਾਦਾ ਪੁਰਸ਼ੋਤਮ ਹੈ। ਉਹ ਜਦੋਂ ਲਾਹੌਰੀਏ ਆਏ ਨਾ, ਮਹਾਰਾਜ ਨੇ ਉਹਨਾਂ ਦਾ ਸਨਮਾਨ ਕੀਤਾ ਜੀ। ਹਾਂਜੀ। ਜਥਾ ਸਮਾਨ ਭਏ ਥਿਤ ਸਾਰੇ, ਤਿੰਨ ਮਹਿ ਵੱਡਿਆਨ ਬਾਕ ਉਚਾਰੇ। ਜਥਾ ਜੋਗ ਥਾਵਾਂ ਦਿੱਤੀਆਂ ਬਹਿਣ ਵਾਸਤੇ। ਜਿਹੜੇ ਵਡੇਰੇ ਐ ਉਮਰ ਵਿੱਚ ਸੋਢੀਆਂ ਦੇ, ਉਹ ਮਹਾਰਾਜ ਨੂੰ ਇੰਜ ਕਹਿਣ ਲੱਗੇ, ਅਬ ਤੁਮ ਜਗ ਮੈਂ ਲਹੀ ਵਡਾਈ, ਬੈ ਮਹਿ ਬੜੈ ਬ੍ਰਿਧਤਾ ਪਾਈ। ਹੁਣ ਸਮਾਂ ਹੋ ਗਿਆ, ਨਹੀਂ ਤੇ ਉਹਨਾਂ ਦੀਆਂ ਸਾਰੀਆਂ ਗੱਲਾਂ ਕੋਈ ਨਹੀਂ, ਆਪਾਂ ਕੱਲ ਨੂੰ ਸੁਣ ਲਵਾਂਗੇ। ਉਹ ਮਹਾਰਾਜ ਨੂੰ ਕਹਿਣ ਲੱਗੇ ਜੀ ਤੁਸੀਂ ਉਮਰ 'ਚ ਵੱਡੇ ਹੋ, ਨਾਲੇ ਜਗਤ ਦੀ ਗੁਰਤਾ ਗੱਦੀ ਤੁਸੀਂ ਪ੍ਰਾਪਤ ਕੀਤੀ ਹੈ, ਸਾਰਾ ਵਿਵਹਾਰ ਤੁਹਾਡੇ ਕਹੇ ਅਨੁਸਾਰ ਚੱਲ ਰਿਹਾ ਹੈ, ਪਰ ਇਹ ਕੀ ਹੋ ਰਿਹਾ ਹੈ ਇੱਥੇ? ਉਹਨਾਂ ਨੇ ਮਿਹਣਾ ਮਾਰਿਆ ਆ ਕੇ। ਮਹਾਰਾਜ ਨੇ ਜਵਾਬ ਬਹੁਤ ਸੋਹਣਾ ਦੇਣਾ ਹੈ। ਲਾਗੇ ਬਾਬਾ ਬੁੱਢਾ ਸਾਹਿਬ ਹੋਣੇ ਆ, ਉਹਨਾਂ ਨੇ ਜਵਾਬ ਬਹੁਤ ਸੋਹਣਾ ਦੇਣਾ ਹੈ। ਤੇ ਪਿਆਰਿਓ ਮੇਰੀ ਫਿਰ ਬੇਨਤੀ 'ਚ, ਇੱਕ ਨਾਲ ਰਹਿਣ ਵਾਲੇ ਮਿੱਤਰ ਕਦਰ ਨਹੀਂ ਪਾਉਂਦੇ। ਉਹ ਕਹਿੰਦੇ ਫਿਰ ਕੀ ਅਜੇ ਵੱਡਾ ਹੋ ਗਿਆ, ਕੱਲ ਤੱਕ ਸਾਡੇ ਨਾਲ ਹੀ ਖੇਡਦਾ ਸੀ। ਇੱਕ ਰਿਸ਼ਤੇਦਾਰ ਕਦਰ ਨਹੀਂ ਪਾਉਂਦੇ। ਇੱਕ ਉਹ ਲੋਕ ਜਿਹੜੇ ਰਹਿੰਦੇ ਤੇ ਨਾਲ ਨੇ ਪਰ ਕਰਦੇ ਈਰਖਾ ਨੇ, ਉਹਨਾਂ ਦੀ ਕਿਸਮਤ ਨਹੀਂ ਚੰਗੀ, ਉਹਨਾਂ ਦੇ ਭਾਗ ਇੰਨੇ ਨਹੀਂ ਹੈ ਉਹ ਲਾਭ ਉਠਾ ਸਕਣ ਜੀ। ਦੋਵਾਂ ਦੇ ਬਾਰੇ ਗੁਰੂ ਰਾਮਦਾਸ ਜੀ ਦੀ ਕਦਰ ਦਾ ਨਹੀਂ ਉਹਨਾਂ ਨੂੰ ਪਤਾ, ਉਹਨਾਂ ਨੂੰ ਗੁਰੂ ਅਮਰਦਾਸ ਜੀ ਦੀ ਕਦਰ ਦਾ ਨਹੀਂ ਪਤਾ ਜੀ। ਉਹ ਹੁਣ ਆਪਾਂ ਕੱਲ ਨੂੰ ਸੁਣਾਂਗੇ। ਬੜੇ ਭਰੇ ਪੀਤੇ ਆ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਗਏ ਆ, ਗੁਰੂ ਸਾਹਿਬ ਨੂੰ ਬੁਰੇ ਭਲੇ ਬੋਲ ਬੋਲਣਗੇ। ਮਹਾਰਾਜ ਨੇ ਸਾਰਾ ਕੁਝ ਸ਼ਾਂਤ ਰਹਿ ਕੇ ਸੁਣਨਾ ਹੈ। ਤੇ ਜਦੋਂ ਕੋਈ ਅਸਲ 'ਚ ਬੁਰਾ ਬੋਲਦਾ, ਨਿੰਦਿਆ ਕਰਦਾ, ਉਹ ਆਪਣਾ ਹੀ ਜਪ ਤਪ ਭਜਨ ਘਟਾ ਰਿਹਾ ਹੁੰਦਾ ਜੀ। ਜੋ ਮਹਾਰਾਜ ਉੱਤਰ ਦਿੰਦੇ ਆ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਦੇ ਨਾਲ ਸਾਰੀ ਸੰਗਤ ਆਓ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਮਹਾਰਾਜ ਸੱਚੇ ਪਾਤਸ਼ਾਹ